ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਅਦੁੱਤੀ ਗੁਰੂ ਨਾਨਕ ਦੇਵਾ, ਓੰਕਾਰ ਅੰਗਦ ਅਭੇਵਾ। ਸਤਨਾਮ ਗੁਰ ਅਮਰ ਪਿਆਰੇ, ਕਰਤਾ ਰਾਮਦਾਸ ਗੁਰ ਵਾਰੇ। ਪੁਰਖ ਸ੍ਰੀ ਅਰਜੁਨ ਗਤ ਬਾਨੀ, ਨਿਰਭਉ ਹਰਿ ਗੋਬਿੰਦ ਬਖਾਨੀ। ਨਿਰਵੈਰ ਸ੍ਰੀ ਗੁਰੂ ਹਰਿ ਰਾਏ, ਅਕਾਲ ਮੂਰਤ ਸ੍ਰੀ ਕ੍ਰਿਸ਼ਨ ਧਿਆਏ। ਅਜੂਨੀ ਤੇਗ ਬਹਾਦਰ ਰਾਏ, ਸੈਭੰ ਗੁਰ ਦਸ਼ਮੇਸ਼ ਸਹਾਏ। ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ, ਵਾਹਿਗੁਰੂ ਬੰਦਨ ਭਗਵਾਨਾ। ਸ੍ਰੀ ਨਾਨਕ ਪੁਰਸ਼ੋਤਮੰ ਪਰਮ ਪਰਾਵਰਨਾਥ, ਯੁਗਲ ਚਰਨ ਮਮ ਬੰਦਨਾ। ਧਰ ਕਰ ਧਰ ਪਰਮਾਥ, ਮੈਂ ਮੂਰਖ ਕੀ ਕੇਤਕ ਬਾਤ ਹੈ। ਕੋਟ ਪਰਾਧੀ ਤਰਿਆਰੇ, ਗੁਰ ਨਾਨਕ ਜਿਨ ਸੁਣਿਆ ਵੇਖਿਆ। ਸੇ ਫਿਰ ਗਰਭਾਸ ਨਾ ਪਰਿਆਰੇ, ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ, ਮੂਕ ਉਚਰਹਿ ਸ਼ਾਸਤਰ ਖਟ। ਪਿੰਗ ਗਿਰਨ ਚੜ ਜਾਹੀ, ਅੰਧ ਲਖੈ ਬਦਰੁ ਸੁਨੈ। ਜਉ ਕਾਲ ਕਿਰਪਾ ਕਰਾਈ, ਕਹਾ ਬੁੱਧ ਪ੍ਰਭ ਤੁਛ ਹਮਾਰੀ। ਬਰ ਨ ਸਕੈ ਮਹਿਮਾ ਜੋ ਤਿਹਾਰੀ, ਹਮ ਨ ਸਕਤ ਕਰ ਸਿਫਤ ਤੁਮਾਰੀ। ਆਪ ਲੇਹੁ ਤੁਮ ਕਥਾ ਸੁਧਾਰੀ, ਤੁਮਰੀ ਸਰਣ ਤੁਮਾਰੀ ਆਸਾ। ਤੁਮ ਹੀ ਸੱਜਣ ਸੁਹੇਲੇ, ਰਾਖਹੁ ਰਾਖਣ ਹਾਰ ਦਇਆਲਾ। ਨਾਨਕ ਘਰ ਕੀ ਬੋਲੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਪੁਰਖਾਂ ਬਿਰਖਾਂ ਤੀਰਥਾਂ, ਤੱਟਾਂ ਮੇਘਾਂ ਖੇਤਾਂ। ਦੀਪਾਂ ਲੋਆਂ ਮੰਡਲਾਂ, ਖੰਡਾਂ ਵਰ ਭੰਡਾਹ।
ਪੁਰਖਾਂ ਬਿਰਖਾਂ ਤੀਰਥਾਂ, ਤਟਾਂ ਮੇਘਾਂ ਖੇਤਾਂ। ਸਤਿਗੁਰਾਂ ਦੀ ਸਾਜੀ ਨਿਵਾਜੀ ਬੜੀ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜਾ ਸੁਭਾਗਾ ਸਮਾਂ ਹੈ, ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ। ਸਤਿਗੁਰਾਂ ਨੇ ਕਿਰਪਾ ਮਿਹਰਾਮਤ ਕੀਤੀ, ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਸਾਨੂੰ ਜੀਵਾਂ ਨੂੰ ਖੁੱਲੇ ਦਰਸ਼ਨ ਦੇ ਦਾਰੇ ਬਖਸ਼ੇ ਹਨ। ਕਿਰਪਾ ਮਿਹਰਾਮਤ ਕੀਤੀ, ਗੁਰੂ ਕੀ ਸਾਧ ਸੰਗਤ ਬਖਸ਼ੀ ਹੈ। ਸਾਧ ਸੰਗਤ ਕਾ ਗੁਣ ਬਹੁਤ ਅਦੁਕਾਈ, ਪੜ੍ਹ ਸੂਆ ਗਨਤ ਉਧਾਰੇ। ਜਿਹੜੀ ਗੁਰੂ ਕੀ ਸਾਧ ਸੰਗਤ ਹੈ, ਇਹਦਾ ਤੇ ਜਿਹੜਾ ਗੁਣ ਹੈ ਬੜਾ ਅਦਕਾਈ ਹੈ, ਕੋਈ ਥੋੜਾ ਗੁਣ ਨਹੀਂ। ਜਿੱਥੇ ਇੱਕ ਬੇਸਵਾ ਤਰ ਸਕਦੀ ਹੈ, ਉੱਥੇ ਸਾਡਾ ਪਾਰ ਉਤਾਰਾ ਕਿਉਂ ਨਹੀਂ ਹੋ ਸਕਦਾ। 2 ਦਿਨ 16 ਪਹਿਰ ਸਾਧੂ ਦੀ ਸੰਗਤ ਕਰਨ ਦੇ ਨਾਲ ਇੱਕ ਗਣਕਾ ਨਾਮੀ ਵੇਸਵਾ ਹੈ ਜਿਹੜੀ ਕੋਈ ਕਰਮ ਕਰਦੀ ਹੈ, ਪਰ ਜਦੋਂ ਸਾਧ ਸੰਗਤ ਵਿੱਚ ਪਈ, ਸਾਧੂਆਂ ਦੀ ਸੰਗਤ ਹੋਈ, ਉਦੋਂ ਹੀ ਤਰ ਗਈ। ਪੜ੍ਹ ਸੂਆ ਗਨਕ ਉਧਾਰੇ। ਤੋਤੇ ਨੂੰ ਰਾਮ ਰਾਮ ਦਾ ਰਟਨ ਕਰਾਉਣ ਦੇ ਨਾਲ ਹੀ, ਸਾਧੂਆਂ ਦਾ ਬਚਨ ਮੰਨਣ ਦੇ ਨਾਲ ਹੀ ਉਹਦਾ ਪਾਰ ਉਤਾਰਾ ਹੋ ਗਿਆ। ਇੰਨਾ ਵੱਡਾ ਹੈ ਸਾਧ ਸੰਗਤ ਦਾ ਗੁਣ। ਤੇ ਆਪ ਸੰਗਤ ਨੇ ਵਡਿਆਈ ਵਿਚਾਰੀ ਹੈ ਅੰਮ੍ਰਿਤ ਵੇਲੇ ਦੀ। ਗੁਰੂ ਕੀ ਸਾਧ ਸੰਗਤ ਵਿੱਚ ਵਿਰਾਜਮਾਨ ਹੋ, ਬੜੇ ਵਡਭਾਗੀ ਹੋ। ਸਮਾਂ ਵਡਭਾਗੀ ਹੈ, ਸ਼ਾਂਤਮਈ ਮਾਹੌਲ ਹੈ। ਜਿੱਥੇ ਸਾਰੇ ਕਲਯੁਗੀ ਜੀਵ ਸੁੱਤੇ ਹਨ, ਉੱਥੇ ਰੱਬ ਦੇ ਪਿਆਰੇ ਜਾਗ ਰਹੇ। ਸਾਰੀ ਦੁਨੀਆ ਸੁੱਤੀ ਹੈ, ਪਰ ਅੰਮ੍ਰਿਤ ਵੇਲੇ ਉਹ ਜਾਗਦੇ ਨੇ ਜਿਨ੍ਹਾਂ ਨੂੰ ਅੰਦਰੋਂ ਤੇਹ ਲੱਗਦੀ ਹੈ ਕਿ ਭਾਈ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ। ਲਾਂਤ ਹੈ ਐਸੇ ਜੀਵਨ ਤੇ, ਉੱਠ ਫਰੀਦਾ ਉਜੂ ਸਾਜ, ਸੁਬਹ ਨਿਵਾਜ ਗੁਜ਼ਾਰ। ਜੋ ਸਿਰ ਸਾਈਂ ਨਾ ਨਿਵੈ, ਸੋ ਸਿਰ ਕੱਪ ਉਤਾਰ। ਭਗਤ ਫਰੀਦ ਸਾਹਿਬ ਜੀ ਫਰਮਾਨ ਕਰਦੇ ਨੇ, ਫਰੀਦਾ ਉੱਠ, ਸੁਬਹ ਵਾਲੀ ਨਿਵਾਜ ਗੁਜ਼ਾਰ। ਅੰਮ੍ਰਿਤ ਵੇਲੇ ਨਿਵਾਜ ਦਾ ਟਾਈਮ ਹੋ ਗਿਆ ਹੈ, ਅੱਲਾ ਦੀ ਬੰਦਗੀ ਕਰਨੀ ਹੈ, ਸਮਾਂ ਹੋ ਗਿਆ ਹੈ। ਲਾਂਤ ਹੈ ਐਸੇ ਜੀਵਨ ਤੇ ਜੇ ਨਾ ਉੱਠੇ। ਭਗਤ ਫਰੀਦ ਸਾਹਿਬ ਜੀ ਅਟਲ ਬਚਨ ਕਰਦੇ ਨੇ ਗੁਰਬਾਣੀ ਦੇ ਅੰਦਰ, ਸੋ ਸਿਰ ਸਾਈਂ ਨਾ ਨਿਵੈ, ਜੋ ਸਿਰ ਸਾਈਂ ਨਾ ਨਿਵੈ, ਸੋ ਸਿਰ ਕੱਪ ਉਤਾਰ। ਜਿਹੜਾ ਸਿਰ ਹੈ ਸਾਡਾ ਸਰੀਰ ਦਾ ਸਭ ਤੋਂ ਉਤਲਾ ਹਿੱਸਾ, ਭਗਤ ਫਰੀਦ ਸਾਹਿਬ ਜੀ ਕਹਿੰਦੇ ਜੇ ਆਪਦੇ ਮਾਲਕ ਦੇ ਅੱਗੇ ਨਿਵਦਾ ਨਹੀਂ ਨਾ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨਹੀਂ ਟੇਕਦਾ ਜੀਵ, 5 ਕਕਾਰਾਂ ਦਾ ਧਾਰਨੀ ਹੈ। 5 ਪਿਆਰੇ ਸਿੰਘ ਸਾਹਿਬਾਨਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਹੋ ਕੇ ਬਚਨ ਕੀਤਾ ਸੀ ਕਿ ਮੈਂ ਪ੍ਰਗਟ ਗੁਰਾਂ ਕੀ ਦੇ, ਇਕੱਲੇ ਤੇ ਇਕੱਲੇ ਗੁਰੂ ਗ੍ਰੰਥ ਸਾਹਿਬ ਨੂੰ ਮੰਨੂਗਾ, ਹੋਰ ਕਿਤੇ ਮੜੀ ਮਸਾਣੀ ਨਹੀਂ ਜਾਂਦਾ। ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ, ਜਿਹੜਾ ਸਿਰ ਆਪਦੇ ਸਾਈਂ ਦੇ ਅੱਗੇ ਨਹੀਂ ਨਾ ਨਿਵਦਾ, ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਮੱਥਾ ਨਹੀਂ ਟੇਕਦਾ, ਸੋ ਸਿਰ ਕੱਪ ਉਤਾਰ। ਉਹ ਤੇ ਸਿਰ ਭਾਈ ਕੱਟ ਕੇ ਸਿੱਟ ਦੇਣਾ ਚਾਹੀਦਾ। ਉਹ ਸਿਰ ਦਾ ਕੋਈ ਫਾਇਦਾ ਨਹੀਂ ਜਿਹੜਾ ਸਾਈਂ ਦੇ ਅੱਗੇ ਨਹੀਂ ਨਿਵਣਾ। ਇਸ ਕਰਕੇ ਅੰਮ੍ਰਿਤ ਵੇਲੇ ਦੀ ਆਪ ਸੰਗਤ ਨੇ ਵਡਿਆਈ ਵਿਚਾਰੀ, ਗੁਰੂ ਕੀ ਸਾਧ ਸੰਗਤ ਵਿੱਚ ਆਏ ਭਾਈ ਵਡਭਾਗੇ ਹੋ, ਆਪ ਦੇ ਚਰਨ ਪਰਸਨ ਵਾਲੇ ਹਨ, ਕਿਉਂਕਿ ਆਪ ਜੀ ਨੇ ਸਮਾਂ ਵਿਚਾਰਿਆ ਹੈ। ਆਓ ਸਤਿਗੁਰਾਂ ਨੇ ਮਿਹਰਾਮਤ ਕੀਤੀ ਹੈ, ਕਿਰਪਾ ਕੀਤੀ ਹੈ। ਲੜੀਵਾਰ ਸ੍ਰੀ ਆਸਾ ਜੀ ਕੀ ਵਾਰ ਕੀ ਗੁਰਬਾਣੀ ਦੀ ਕਥਾ ਆਰੰਭ ਕਰਾਈ ਸਤਿਗੁਰਾਂ ਨੇ। 8ਵੇਂ ਸ਼ਲੋਕ ਦੀ ਵਿਚਾਰ ਸਰਵਣ ਕਰੀਏ ਪ੍ਰੇਮ ਸਤਿਕਾਰ ਦੇ ਨਾਲ। ਕਥਾ ਵਾਰਤਾਲਾਪ ਆਰੰਭ ਕਰਨ ਤੋਂ ਪਹਿਲਾਂ ਮਨੋ ਬਿਰਤੀਆਂ ਨੂੰ ਇਕਾਗਰ ਕਰੀਏ, ਸ਼ਬਦ ਸੁਰਤ ਦਾ ਮੇਲ ਕਰੀਏ।
ਜਿੱਥੇ ਆਪਾਂ ਸਤਿਨਾਮ ਵਾਹਿਗੁਰੂ ਬੋਲੀਦਾ ਹੈ, ਉੱਥੇ ਭਾਈ ਅੰਦਰੋਂ ਵੀ ਸੁਰਤੀ 'ਚ ਧਿਆਨ ਲਗਾਇਆ ਕਰੋ। ਇਹ ਅੱਖਰ ਕਿਹੜੇ ਨੇ? ਇਹ ਗੁਰਮੁਖੀ ਦੇ ਅੱਖਰ ਨੇ। ਬੜੀ ਕਲਾਵਾਨ ਹੈ ਗੁਰਮੁਖੀ। ਜਿਨ੍ਹੇ ਪੜ੍ਹ ਲਈ ਉਹਦਾ ਪਾਰ ਉਤਾਰਾ ਗੁਰਮੁਖੀ ਪੜ੍ਹ ਕੇ ਹੀ ਹੋ ਗਿਆ। ਤੇ ਸਤਿਗੁਰਾਂ ਨੇ ਤੇ ਗੁਰਬਾਣੀ ਗੁਰਮੁਖੀ ਦੇ ਵਿੱਚ ਉਚਾਰਨ ਕੀਤੀ ਹੈ। ਇਸ ਕਰਕੇ ਸਾਰਿਆਂ ਨੂੰ ਗੁਰਮੁਖੀ ਦੇ ਅੱਖਰ ਆਉਂਦੇ ਨੇ ਪੰਜਾਬੀ ਦੇ। ਜਦੋਂ ਸਤਿਨਾਮ ਵਾਹਿਗੁਰੂ ਬੋਲੀਦਾ ਹੈ, ਉਦੋਂ ਭਾਈ ਧਿਆਨ ਦਿਆ ਕਰੋ। ਸੱਸਾ ਹੈ, ਤੱਤਾ ਹੈ, ਨੰਨੇ ਨੂੰ ਕੰਨਾ, ਮੰਮਾ ਹੈ। ਇਸ ਪ੍ਰਕਾਰ ਅੱਖਰਾਂ ਦੇ ਧਿਆਨ ਦਿਆ ਕਰੋ। ਸ਼ਬਦ ਤੇ ਸੁਰਤ ਦਾ ਮੇਲ ਕਰੀਏ। ਆਓ ਪ੍ਰੇਮ ਸਤਿਕਾਰ ਦੇ ਨਾਲ ਸਾਰੇ ਮਨੋਬਿਰਤੀਆਂ ਇਕਾਗਰ ਕਰੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਪਹਿਲੇ ਸਵਰੂਪ ਖੁਦ ਖੁਦਾ, ਕਲਯੁਗ ਕੇ ਜਹਾਜ, ਨਾਮ ਬਾਣੀ ਕੇ ਬੋਹਿਤ। ਸੱਚੇ ਸਤਿਗੁਰੂ ਨਿਰੰਕਾਰ ਪ੍ਰਮਾਤਮਾ ਜੀ, ਜਿਨ੍ਹਾਂ ਦੀ ਬਾਬਤ ਦਸਵੇਂ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ, ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ। ਸਭ ਸਿੱਖਨ ਕਉ ਸੁਖ ਦਏ, ਜਹ ਤਹ ਭਏ ਸਹਾਏ। ਬੇਦੀਆਂ ਦੀ ਕੁਲ ਦੇ ਅੰਦਰ ਪ੍ਰਗਟੇ ਨਾਨਕ ਰਾਏ। ਸ੍ਰੀ ਉੱਤਮ ਪੁਰਸ਼ ਜਗਤ ਸੁਆਮੀ, ਜਗਤ ਉਧਾਰਨ ਦੇ ਵਾਸਤੇ ਪ੍ਰਗਟੇ ਹਨ ਸੰਸਾਰ ਦੇ ਵਿੱਚ। ਸਭ ਸਿੱਖਨ ਕਉ ਸੁਖ ਦਏ, ਜਹ ਤਹ ਭਏ ਸਹਾਏ। ਜਿਨ੍ਹਾਂ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਅਰਾਧਿਆ, ਇਹੋ ਹੀ ਮੰਨਿਆ ਕਿ ਗੁਰੂ ਨਾਨਕ ਹੀ ਅਕਾਲ ਪੁਰਖ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਸਭ ਸਿੱਖਨ ਕਉ ਸੁਖ ਦਏ। ਉਹ ਸਾਰੇ ਸਿੱਖਾਂ ਨੇ ਸਤਿਗੁਰਾਂ ਨੇ ਸੁਖ ਵਰਤਾਇਆ, ਕਿਉਂਕਿ ਕੇਵਲ ਤੇ ਕੇਵਲ ਅਕਾਲ ਪੁਰਖ ਪ੍ਰੇਮਾ ਭਗਤੀ ਦਾ ਭੁੱਖਾ ਹੈ। ਉਹਨੂੰ ਪ੍ਰੇਮ ਦੀ ਪਿਆਸ ਲੱਗਦੀ ਹੈ। ਇਸ ਕਰਕੇ ਵਡਿਆਈ ਭਾਈ ਗੁਰੂ ਨਾਨਕ ਦੀ ਵਰਤ ਰਹੀ ਹੈ ਸਾਰੇ ਪਾਸੇ। ਇਹ ਮੰਨਣਾ ਪਵੇਗਾ, ਕਿਉਂਕਿ ਗੁਰੂ ਨਾਨਕ ਤੇ ਪਾਰ ਬ੍ਰਹਮ 'ਚ ਕੋਈ ਫਰਕ ਨਹੀਂ, ਇਹ ਇੱਕੋ ਹੀ ਰੂਪ ਹੈ। ਇਸ ਕਰਕੇ ਪਾਰ ਬ੍ਰਹਮ ਗੁਰੂ ਨਾਨਕ ਜਿਹੜੇ ਹਨ, ਉਹ ਆਸਾ ਜੀ ਕੀ ਵਾਰ ਗੁਰਬਾਣੀ ਦੇ ਅੰਦਰ 8ਵੇਂ ਸ਼ਲੋਕ ਦੇ ਅੰਦਰ ਗੁਰਬਾਣੀ ਵਰਣਨ ਕਰਦੇ ਹਨ। ਪੁਰਖਾਂ ਬਿਰਖਾਂ ਤੀਰਥਾਂ, ਤਟਾਂ ਮੇਘਾਂ ਖੇਤਾਂ। ਪਾਕਪਟਨਮ ਦੀ ਧਰਤੀ ਹੈ। ਗੁਰਸਿੱਖਾਂ ਦੀ ਮੰਡਲੀ ਬੈਠੀ ਹੈ ਸਤਿਗੁਰਾਂ ਦੇ ਚਰਨਾਂ ਦੇ ਵਿੱਚ। ਸੇਖ ਬ੍ਰਹਮ ਜੀ ਪੁੱਛਦੇ ਨੇ ਕਿ ਸਤਿਗੁਰੂ ਜੀ, ਇਹ ਸੰਸਾਰ ਦੀ ਮਰਿਆਦਾ ਕੀ ਹੈ? ਇਹ ਸੰਸਾਰ ਨੂੰ ਪਾਲਦਾ ਕੌਣ ਹੈ? ਚਿੰਤਾ ਕਿਹਨੂੰ ਲੱਗੀ ਸੰਸਾਰ ਪਾਲਣ ਦੀ? ਕਿਉਂਕਿ ਕੋਈ ਛੋਟਾ ਜਿਹਾ ਕੰਮ ਆਰੰਭ ਕਰ ਲਈ, ਕੋਈ ਉਹਦੀ ਚਿੰਤਾ ਲੱਗ ਜਾਂਦੀ ਹੈ, ਇਹਨੂੰ ਪੂਰਾ ਵੀ ਕਰਨਾ ਹੈ, ਇਹਨੂੰ ਸੰਭਾਲਣਾ ਵੀ ਹੈ। ਜੇ ਕੋਈ ਛੋਟਾ ਜਿਹਾ ਮਕਾਨ ਬਣਾਉਣ ਲੱਗ ਪਵੇ, ਫਿਰ ਉਹਦਾ ਧਿਆਨ ਰਾਤ ਦਿਨ ਉੱਧਰ ਹੀ ਰਹਿੰਦਾ ਹੈ, ਰਾਤ ਨੂੰ ਨੀਂਦ ਨਹੀਂ ਆਉਂਦੀ। ਬੜਾ ਉਹ ਕੰਮ ਦੇ ਵਿੱਚ ਖਚਿਤ ਹੋ ਜਾਂਦਾ ਹੈ। ਤੇ ਸੇਖ ਬ੍ਰਹਮ ਜੀ ਪੁੱਛਦੇ ਨੇ ਮਹਾਰਾਜ ਸਾਹਿਬ ਜੀ, ਜਿਹੜਾ ਐਡਾ ਵੱਡਾ ਪਸਾਰਾ ਅਕਾਲ ਪੁਰਖ ਨੇ ਰਚਿਆ, ਇਹਦੀ ਪਾਲਣਾ ਕੌਣ ਕਰਦਾ ਹੈ ਤੇ ਚਿੰਤਾ ਕਿਹਨੂੰ ਲੱਗੀ ਹੈ? ਸਤਿਗੁਰੂ ਜੀ ਪਾਵਨ ਉਪਦੇਸ਼ ਬਖਸ਼ਦੇ ਹਨ। ਪੁਰਖਾਂ ਬਿਰਖਾਂ ਤੀਰਥਾਂ, ਤਟਾਂ ਮੇਘਾਂ ਖੇਤਾਂ। ਸਤਿਗੁਰੂ ਜੀ ਪ੍ਰਮਾਣ ਕਰਦੇ ਨੇ, ਪੁਰਖ ਨੇ ਜਿਹੜੇ, ਪੁਰਖਾਂ ਦੇ ਅੰਦਰ, ਮਨੁੱਖਾਂ ਦੇ ਅੰਦਰ ਆਕਾਰਾਂ ਦੇ ਵਿੱਚ ਆਕਾਰ ਨੇ। ਜਿਵੇਂ ਮਾਤਾ ਦੇ ਗਰਭ ਦੇ ਅੰਦਰ ਬੱਚਾ ਪਲਦਾ ਹੈ, ਬੱਚੇ ਦੇ ਅੰਦਰ ਫਿਰ ਭਾਈ ਜਿਹੜਾ ਖੂਨ ਦਾ ਵਰਤਾਰਾ ਹੈ, ਖੂਨ ਦੇ ਅੰਦਰ ਫਿਰ ਜੀਵ ਵਸਦੇ ਨੇ। ਆਕਾਰਾਂ ਦੇ ਵਿੱਚ ਆਕਾਰ ਪਾਏ ਨੇ ਵਾਹਿਗੁਰੂ।
ਕਿ ਜਿੰਨੇ ਵੀ ਵਾਹਿਗੁਰੂ ਨੇ ਪੁਰਖ ਰਚੇ ਨੇ, ਬਿਰਖਾਂ ਕਹੀਏ ਕਿ ਜਿਹੜੇ ਬਿਰਛ ਨੇ, ਰੁੱਖ ਨੇ, ਰੁੱਖਾਂ ਦੇ ਥੱਲੇ ਜੀਵ ਵਸਦੇ ਨੇ, ਰੁੱਖਾਂ ਦੇ ਵਿੱਚ ਵਸਦੇ ਨੇ ਜੀਵ। ਕਈ ਜੀਵ ਬਾਂਦਰਾਂ ਵਰਗੇ ਰੁੱਖਾਂ ਦੇ ਉੱਤੇ ਰਹਿੰਦੇ ਨੇ। ਤੀਰਥਾਂ ਕਹੀਏ ਕਿ ਤੀਰਥਾਂ ਦੇ ਵਿੱਚ ਹੁਣ ਕਿੰਨੇ ਜੀਵ ਨੇ, ਮੱਛੀ ਹੈ ਆਦਿਕ ਹੋਰ ਇਹਦੇ ਪ੍ਰਣਾਲੀ ਵਾਲੇ ਜੀਵ ਹਨ, ਜਿਨ੍ਹਾਂ ਦਾ ਪਾਣੀ ਦੇ ਵਿੱਚ ਹੀ ਆਹਾਰ ਹੈ, ਪਾਣੀ ਤੋਂ ਬਗੈਰ ਜੀ ਨਹੀਂ ਸਕਦੇ। ਇਹ ਜਿੰਨੇ ਵੀ ਜੀਵ ਹਨ ਤੀਰਥਾਂ ਤੇ ਰਹਿਣ ਵਾਲੇ। ਤਟਾਂ ਕਹੀਏ ਕਿ ਤੀਰਥਾਂ ਦੇ ਕਿਨਾਰਿਆਂ ਤੇ ਜਿਹੜੇ ਜੀਵ ਰਹਿੰਦੇ ਨੇ। ਮੇਘਾਂ ਖੇਤਾਂ, ਮੇਘਾਂ ਕਹਿੰਦੇ ਨੇ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਰਣਨ ਆਉਂਦਾ ਹੈ, 96 ਕਰੋੜੀ ਮੇਘ ਮਾਲਾ ਪਾਣੀ ਹਾਰੀਆ। ਕਹਿੰਦੇ ਨੇ 96 ਕਰੋੜ ਬੱਦਲ ਜਦੋਂ ਗਰਜਦਾ ਹੈ ਨਾ, ਉਦੋਂ ਫਿਰ ਚਰਨਾਟਾ ਪੈ ਜਾਂਦੀਆਂ ਨੇ ਧਰਤੀ ਤੇ, ਪਰਲੋ ਆ ਜਾਂਦੀ ਹੈ। ਇੰਨੇ ਜ਼ਿਆਦਾ ਬੱਦਲ ਨੇ 96 ਕਰੋੜ। ਤੇ ਇਹਨਾਂ ਬੱਦਲਾਂ ਦੇ ਵਿੱਚ ਜਿਹੜੇ ਜੀਵ ਪੈਦਾ ਹੁੰਦੇ ਨੇ, ਕਹਿੰਦੇ ਨੇ ਇਹਨਾਂ ਤੋਂ ਲਾਲ ਰੰਗ ਦੇ ਜੀਵ ਪੈਦਾ ਹੁੰਦੇ ਨੇ ਬੱਦਲਾਂ ਦੀ ਲਿਸ਼ਕ ਤੋਂ। ਖੇਤਾਂ ਕਹੀਏ ਕਿ ਖੇਤਾਂ ਦੇ ਵਿੱਚ ਟਿੱਡੇ ਆਦਿਕ ਜਿਹੜੇ ਪੈਦਾ ਹੁੰਦੇ ਨੇ, ਫਸਲਵਾੜੀ ਪੈਦਾ ਹੁੰਦੀ ਹੈ। ਇਹ ਸਤਿਗੁਰੂ ਜੀ ਕਹਿੰਦੇ ਜਿੰਨੇ ਵੀ ਜੀਵ ਪੈਦਾ ਹੁੰਦੇ ਨੇ, ਦੀਪਾਂ ਲੋਆ ਮੰਡਲਾ ਖੰਡਾ ਵਰ ਪੰਡਾਹ। 7 ਦੀਪ ਮੰਨੇ ਨੇ। ਜੰਬੂ ਦੀਪ ਹੈ, ਛਾਲਮਲ ਦੀਪ ਹੈ, ਕੁਸ਼ ਦੀਪ ਹੈ, ਪਲਕ ਦੀਪ ਹੈ ਆਦਿ ਕੇ 7 ਦੀਪ ਮੰਨੇ ਧਰਤੀ ਮੰਡਲ ਤੇ, ਜਿਨ੍ਹਾਂ ਨੂੰ ਸਮੁੰਦਰਾਂ ਦੇ ਵੱਡੇ ਵੱਡੇ ਟਾਪੂ ਕਹਿ ਦਿੰਦੇ ਨੇ। ਲੋਆ ਕਹੀਏ ਕਿ 14 ਲੋਕ ਨੇ ਜਿਹੜੇ ਮੰਡਲ ਹੁੰਦੇ ਨੇ। ਜਿਵੇਂ 400 ਕੋਹ ਦਾ ਗੋਲਾਕਾਰ ਹੋਵੇ ਉਹਨੂੰ ਮੰਡਲ ਆਖਿਆ ਜਾਂਦਾ। ਇੰਨੇ ਕੁ ਦੇਸ਼ ਹੁੰਦੇ ਨੇ ਜਿਹੜੇ ਦੇਸ਼ ਨੇ। ਖੰਡਾਂ ਕਹੀਏ ਕਿ ਜਿਹੜੇ 9 ਖੰਡ ਮੰਨੇ ਨੇ ਵੱਡੇ ਧਰਤੀ ਮੰਡਲ ਤੇ, ਜਿਵੇਂ ਜਿਨ੍ਹਾਂ ਦੇ ਵਿੱਚ ਭਾਰਤ ਖੰਡ ਵੀ ਆਉਂਦਾ ਹੈ। ਵਰਭੰਡਾ ਕਹੀਏ ਕਿ ਜਿਨ੍ਹਾਂ ਦੇ ਵਿੱਚ 7 ਦੀਪ, ਇਹ ਮੰਡਲਾਂ ਖੰਡਾਂ ਦਾ ਆਕਾਰ ਹੈ ਜਿਨ੍ਹਾਂ ਦੇ ਵਿੱਚ। ਵਰਭੰਡ ਕਹੀਏ ਕਿ ਵੱਡਾ ਭਾਂਡਾ, ਜਿਹਦੇ ਵਿੱਚ ਸਾਰੀਆਂ ਵਸਤੂਆਂ ਪੈ ਜਾਣ, ਉਹ ਬ੍ਰਹਿਮੰਡ ਦੇ ਵਿੱਚ, ਜਿਹਦੇ ਵਿੱਚ 7 ਦੀਪ, 14 ਲੋਕ, ਜਿੰਨੇ ਮੰਡਲ ਖੰਡਲ ਨੇ, ਇਹ ਸਾਰੇ ਉਸ ਵੱਡੇ ਭਾਂਡੇ ਬ੍ਰਹਿਮੰਡ ਦੇ ਵਿੱਚ ਨੇ। ਤੇ ਇਹਨਾਂ ਵਿੱਚ ਜਿਹੜੇ ਜੀਵ ਵਸਦੇ ਨੇ, ਅੰਡਜ ਜੇਰਜ ਉਤਪੁਜਾਂ ਖਾਣੀ ਸੇਤ ਜਾਹ। ਅੰਡਜ ਕਹਿੰਦੇ ਨੇ ਜਿਹੜੇ ਜੀਵ ਆਂਡਿਆਂ ਤੋਂ ਪੈਦਾ ਹੁੰਦੇ ਨੇ। ਜੀਰਜ ਕਹੀਏ ਕਿ ਜਿਵੇਂ ਆਪਾਂ ਸਾਰੇ ਬੈਠੇ ਹਾਂ, ਜੀਰਜ ਤੋਂ ਪੈਦਾ ਹੋਏ ਹਾਂ। ਇਹ ਖਾਣੀਆਂ ਨੇ 4। ਇਹ 4 ਖਾਣੀਆਂ ਦੇ ਵਿੱਚ ਹੀ 84 ਲੱਖ ਜੂਨ ਦੀ ਪੈਦਾਵਾਰ ਹੈ। ਹੋਰ ਵੀ ਖਾਣੀਆਂ ਮੰਨੀਆਂ ਜਾਂਦੀਆਂ ਨੇ, ਪਰ ਵਿਸ਼ੇਸ਼ ਜਿਹੜੀਆਂ ਦ੍ਰਿਸ਼ਟੀ ਦੇ ਅੰਦਰ ਆਉਂਦੀਆਂ ਨੇ ਉਹ 4 ਖਾਣੀਆਂ ਨੇ। ਬਾਕੀ ਤੇ ਵਾਹਿਗੁਰੂ ਦਾ ਪਸਾਰਾ ਹੈ। 84 ਲੱਖ ਜੂਨ ਹੈ। ਭਾਈ ਕਿਸੇ ਨੇ ਹਜੇ ਤੱਕ ਵੇਖੀ ਨਹੀਂ ਇੰਨੀ ਜੂਨ, ਇਹ ਮਹਾਰਾਜ ਨੂੰ ਹੀ ਪਤਾ। ਜੇ ਜੂਨ ਹੋਰ ਹੈ ਤੇ ਫਿਰ ਖਾਣੀਆਂ ਵੀ ਕੀਮਤਾਂ ਹੋਰ ਹੋਣ, ਇਹ ਮਹਾਰਾਜ ਨੂੰ ਪਤਾ ਹੈ। ਪਰ ਜਿੰਨੀਆਂ ਕਿ ਦ੍ਰਿਸ਼ਟੀ ਦੇ ਅੰਦਰ ਆਉਂਦੀਆਂ ਨੇ ਕਿ 4 ਖਾਣੀਆਂ ਨੇ। ਇੱਕ ਤੇ ਜਿਹੜੇ ਆਂਡਿਆਂ ਤੋਂ ਜੀਵ ਪੈਦਾ ਹੁੰਦੇ ਨੇ, ਜੀਰਜ ਕਹੀਏ ਕਿ ਜੀਰ ਤੋਂ ਪੈਦਾ ਹੁੰਦੇ ਨੇ। ਉਤਭੁਜਾਂ ਜਿਹੜੇ ਧਰਤੀ ਤੇ ਬਨਸਪਤੀ ਹੈ, ਰੁੱਖ ਆਦਿਕ ਨੇ, ਜਿਹੜੇ ਭੁਜਾਂ ਕਹੀਏ ਕਿ ਧਰਤੀ ਤੋਂ ਉਤ ਪੈਦਾ ਹੁੰਦੇ ਨੇ। ਸੇਤ ਜਾਹ, ਸੇਤ ਜਾਹ ਕਹਿੰਦੇ ਨੇ ਮੁੜਕੇ ਤੋਂ ਜਾਂ, ਜਿਵੇਂ ਜੂਆਂ ਪੈਦਾ ਹੁੰਦੀਆਂ ਨੇ। ਮੁੜਕੇ ਤੋਂ ਬਾਅਦ ਜਿਹੜੇ ਜੀਵ ਪੈਦਾ ਹੁੰਦੇ ਨੇ ਮੈਲ ਦੇ ਕਾਰਨ, ਹੈ ਤੇ ਬਾਕੀ ਵੀ ਮੈਲਾਂ ਹੀ, ਪਰ ਅਸੀਂ ਮੁੜਕੇ ਨੂੰ ਜ਼ਿਆਦਾ ਮੈਲ ਮੰਨਦੇ ਹਾਂ, ਕਿਉਂਕਿ ਸਰੀਰ ਦੇ ਵਿੱਚੋਂ ਪਾਕ ਨਿਕਲਦੀ ਹੈ, ਮੁੜਕਾ ਨਿਕਲਦਾ ਹੈ, ਗੰਦਾ ਪਾਣੀ ਨਿਕਲਦਾ ਹੈ। ਉਹ ਤੋਂ ਜਿਹੜੇ ਜੀਵ ਪੈਦਾ ਹੁੰਦੇ ਨੇ, ਇਹ 4 ਖਾਣੀਆਂ ਦੇ ਅੰਦਰ। ਸੋ ਮਿਤ ਜਾਣੈ ਨਾਨਕਾ ਸਰਾ ਮੇਰਾ ਜਨਤਾਹ। ਸਤਿਗੁਰੂ ਜੀ ਪ੍ਰਮਾਣ ਕਰਦੇ ਨੇ ਗੁਰਸਿੱਖੋ, ਸੋ ਮਿਤ ਜਾਣੈ ਨਾਨਕਾ ਸਾਰਾ ਮੇਰਾ ਜਨਤਾ। ਜਿੰਨੇ ਸਰੋਵਰ ਨੇ ਬਣਾਏ ਮਹਾਰਾਜ ਨੇ, ਸਰੋਵਰਾਂ ਦੇ ਵਿੱਚ ਜੀਵ ਇਸ਼ਨਾਨ ਕਰਦੇ ਨੇ ਜਿੰਨੇ ਵੀ। ਮੇਰਾ ਕਹੀਏ ਕਿ ਸੁਮੇਰ ਪਰਬਤ ਹੈ, ਸੁਮੇਰ ਪਰਬਤ ਦੇ ਉੱਤੇ ਜਿੰਨੇ ਜੀਵ ਰਹਿੰਦੇ ਨੇ,
ਸਮੁੰਦਰਾਂ ਦੇ ਵਿੱਚ 42 ਲੱਖ ਜੀਵ ਵਸਦਾ ਹੈ। ਇਹ ਜਿੰਨੇ ਵੀ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਜੀਵ ਨੇ, ਭਾਵੇਂ ਕੋਈ ਪੁਰਖ ਹੈ, ਪੁਰਖ ਦੇ ਅੰਦਰ ਫਿਰ ਆਕਾਰ ਵਸਿਆ ਹੈ, ਭਾਵੇਂ ਜਿੰਨੇ ਬ੍ਰਿਛ ਨੇ, ਤੀਰਥ ਨੇ, ਮੇਘਮਾਲਾ ਦੇ ਵਿੱਚੋਂ ਜੀਵ ਪੈਦਾ ਹੁੰਦੇ ਨੇ, ਖੇਤਾਂ ਦੇ ਵਿੱਚ ਛੋਟੇ ਛੋਟੇ ਜੀਵ ਵਸਦੇ ਹਨ, ਦੀਪਾਂ ਲੋਆਂ ਦੇ ਅੰਦਰ, ਖੰਡਾਂ ਬ੍ਰਹਿਮੰਡਾਂ ਦੇ ਅੰਦਰ ਜਿਹੜੇ ਜੀਵ ਵਸਦੇ ਨੇ, ਚਾਰ ਖਾਣੀਆਂ ਤੋਂ ਜਿਹੜੇ ਜੀਵ ਪੈਦਾ ਹੁੰਦੇ ਨੇ, ਸਤਿਗੁਰੂ ਜੀ ਕਹਿੰਦੇ ਸੋ ਮਿਤ ਜਾਣੈ ਨਾਨਕਾ, ਕਿ ਗੁਰਸਿੱਖੋ ਇਹ ਜਿੰਨੇ ਵੀ ਜੀਵ ਪੈਦਾ ਹੋਏ ਉਹ ਵਾਹਿਗੁਰੂ ਹੀ ਮਰਿਆਦਾ ਜਾਣਦਾ ਹੈ। ਨਾਨਕ ਨਾਮ ਦੀ ਮੋਹਰ ਲਾ ਕੇ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਉਹ ਵਾਹਿਗੁਰੂ ਹੀ ਸਾਰੀ ਮਰਿਆਦਾ ਨੂੰ ਜਾਣਦਾ ਹੈ। ਨਾਨਕ ਜੰਤੁ ਪਾਏ ਕੈ ਸੰਮਾਲੇ ਸਭਨਾਹ। ਜਗਤ ਸੁਆਮੀ ਗੁਰੂ ਨਾਨਕ ਦੇਵ ਜੀ ਵਰਣਨ ਕਰਦੇ ਹਨ ਕਿ ਜੰਤ ਉਪਾਏ ਕੈ, ਉਸ ਵਾਹਿਗੁਰੂ ਨੇ ਸਾਰੇ ਜਨਤਾਂ ਨੂੰ ਪੈਦਾ ਕਰਕੇ ਸੰਭਾਲੇ ਸਭਨਾਹ, ਫਿਰ ਸਾਰਿਆਂ ਨੂੰ ਸੰਭਾਲਣਾ ਕੀਤਾ ਹੈ। ਜਿਨ ਕਰਤੈ ਕਰਣਾ ਕੀਆ, ਚਿੰਤਾ ਭੇ ਕਰਨੀ ਤਾਹ। ਸਤਿਗੁਰੂ ਜੀ ਕਹਿੰਦੇ ਗੁਰਸਿੱਖੋ ਤੁਸੀਂ ਚਿੰਤਾ ਨਾ ਕਰੋ, ਕਿਉਂਕਿ ਜਿਸ ਕਰਤੇ ਨੇ ਕਾਰਨ ਸ੍ਰਿਸ਼ਟੀ ਸਾਜੀ ਹੈ ਨਾ, ਉਹ ਚਿੰਤਾ ਭੇ ਕਰਨੀ ਤਾਹ, ਉਹਨੂੰ ਸਾਰੀ ਹੀ ਚਿੰਤਾ ਹੈ। ਸੋ ਕਰਤਾ ਚਿੰਤਾ ਕਰੇ, ਜਿਨ ਉਪਾਇਆ ਜਗ। ਕਿਉਂਕਿ ਉਹ ਕਰਤਾ ਜਿਹੜਾ ਵਾਹਿਗੁਰੂ ਹੈ, ਜਿਹੜਾ ਸਤਿਯੁਗ ਦੇ ਵਿੱਚ ਵੀ ਵਰਤਿਆ, ਤ੍ਰੇਤੇ ਦੇ ਵਿੱਚ ਵੀ, ਦੁਆਪਰ ਦੇ ਵਿੱਚ ਵੀ, ਤੇ ਪ੍ਰਤੱਖ ਕਲਯੁਗ ਦੇ ਵਿੱਚ ਵਰਤ ਰਹੇ ਨੇ ਤੇ ਗਾਂ ਵੀ ਵਰਤਣਗੇ। ਐਸੇ ਸਤਿਗੁਰੂ ਜੀ ਨੂੰ ਸਾਰੀ ਹੀ ਚਿੰਤਾ ਹੈ, ਉਹਨਾਂ ਨੂੰ ਸਾਰਿਆਂ ਦੀ ਹੀ ਟੈਨਸ਼ਨ ਫਿਕਰ ਹੈ, ਕਿਉਂਕਿ ਸਾਰੇ ਵਾਹਿਗੁਰੂ ਦੇ ਧੀਆਂ ਪੁੱਤਰ ਨੇ। ਕੋਈ ਚੰਗੀ ਔਲਾਦ ਹੈ, ਕੋਈ ਮਾੜੀ ਹੈ, ਪਰ ਉਹਨੂੰ ਚਿੰਤਾ ਸਾਰਿਆਂ ਦੀ ਹੈ। ਜਿਨ ਉਪਾਇਆ ਜਗ, ਜਿਨੇ ਸਾਰਾ ਸੰਸਾਰ ਪੈਦਾ ਕੀਤਾ ਨਾ ਗੁਰਸਿੱਖੋ, ਉਸ ਵਾਹਿਗੁਰੂ ਨੂੰ ਸਾਰੇ ਸੰਸਾਰ ਨੂੰ ਪਾਲਣ ਦੀ ਚਿੰਤਾ ਹੈ। ਤਿਸ ਜੋਹਾਰੀ ਸਵਸਤ ਤਿਸ, ਤਿਸ ਦੀ ਬਾਣ ਅਭਗ। ਐਸੇ ਕਲਿਆਣ ਸਰੂਪ ਵਾਹਿਗੁਰੂ ਨੂੰ, ਮੁਕਤੀ ਸਰੂਪ ਵਾਹਿਗੁਰੂ ਨੂੰ ਜੋਹਾਰੀ ਕਹੀਏ ਕਿ ਨਮਸਕਾਰ ਹੈ, ਡੰਡੌਤ ਬੰਦਨਾ ਹੈ, ਬਲਿਹਾਰਨੇ ਵਾਰਨੇ ਫੇਰਨੇ ਜਾਣਾ ਚਾਹੀਦਾ ਹੈ ਐਸੇ ਅਕਾਲ ਪੁਰਖ ਵਾਹਿਗੁਰੂ ਜੀ ਤੋਂ, ਜਿਹੜੇ ਕਲਿਆਣ ਸਰੂਪ ਨੇ। ਤਿਸ ਦੀ ਬਾਣ ਅਭਗ, ਕਿਉਂਕਿ ਜਿਨ੍ਹਾਂ ਦਾ ਸਤਸੰਗ ਰੂਪੀ ਦਰਬਾਰ ਹੈ ਨਾ, ਉਹ ਘਰ ਦਰਬਾਰ ਹੈ ਵਾਹਿਗੁਰੂ ਦਾ, ਉਹ ਜਿਹੜਾ ਨਿਸ਼ਾਨ ਕਹੀਏ ਕਿ ਪ੍ਰਗਟ ਰੂਪ ਹੈ। ਤਿਸ ਦੀ ਬਾਣ ਅਭਗ, ਅਭਗ ਹੁੰਦਾ ਹੈ ਜਿਹੜਾ ਨਾਸ਼ ਤੋਂ ਰਹਿਤ ਹੋਵੇ, ਜਿਹਦਾ ਕਦੀ ਵੀ ਨਾਸ਼ ਨਾ ਹੋ ਸਕੇ, ਭੱਜਣ ਤੋਂ ਰਹਿਤ, ਟੁੱਟਣ ਤੋਂ ਰਹਿਤ ਹੋਵੇ। ਜਿਹੜਾ ਵਾਹਿਗੁਰੂ ਜੀ ਫਰਮਾਨ ਕਰਦੇ ਨੇ, ਐਸੇ ਕਲਿਆਣ ਸਰੂਪ ਵਾਹਿਗੁਰੂ ਨੂੰ ਜੋਹਾਰੀ ਨਮਸਕਾਰ ਹੈ, ਜਿਨ੍ਹਾਂ ਦਾ ਸਤਸੰਗਤ ਰੂਪੀ ਦਰਬਾਰ ਜਿਹੜਾ ਨਾਸ਼ ਤੋਂ ਰਹਿਤ ਹੈ। ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਗ। ਸ਼ੇਖ ਬ੍ਰਹਮ ਜੀ ਪੁੱਛਣ ਲੱਗੇ, ਸਤਿਗੁਰੂ ਜੀ ਜਿਹੜਾ ਹਿੰਦੂ ਮਤ ਹੈ ਇਹ ਬੜਾ ਪ੍ਰਬਲ ਹੈ, ਇਹ ਆਪਦੇ ਮਤ ਦੇ ਅੰਦਰ ਟਿੱਕੇ ਲਾਉਂਦੇ ਨੇ ਸਾਰੇ ਸਰੀਰ ਦੇ ਉੱਤੇ, ਕੱਛਾਂ ਤੇ, ਮੋਢਿਆਂ ਤੇ, ਨੱਕ ਤੇ, ਕੂਹਣੀਆਂ ਤੇ, ਆਦਿ ਕੇ ਟਿੱਕੇ ਲਾਉਂਦੇ ਨੇ ਸਾਰੇ ਸਰੀਰ ਦੇ ਅੰਗਾਂ ਤੇ ਜਨੇਊ ਪਾਉਂਦੇ ਨੇ, ਧਾਗੇ ਦਾ 9 ਧਾਗਿਆਂ ਦਾ ਜਨੇਊ ਇਹ ਪਾਉਂਦੇ ਨੇ। ਸੱਜਿਓਂ ਖੱਬੇ, ਜਿਵੇਂ ਆਪਾਂ ਕਿਰਪਾਨ ਪਾਈ ਦੀ ਹੈ, ਇਹ ਖੱਬਿਓਂ ਸੱਜੇ ਪਾਉਂਦੇ ਨੇ, ਆਪਾਂ ਸੱਜਿਓਂ ਖੱਬੇ ਕਿਰਪਾਨ ਪਾਈ ਦੀ ਹੈ, ਇਹ ਉਲਟ ਪਾਉਂਦੇ ਨੇ। ਸ਼ੇਖ ਬ੍ਰਹਮ ਜੀ ਪੁੱਛਣ ਲੱਗੇ, ਮਹਾਰਾਜ ਸਾਹਿਬ ਜੀ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਗ। ਸ਼ੇਖ ਬ੍ਰਹਮ ਜੀ ਪੁੱਛਣ ਲੱਗੇ, ਸਤਿਗੁਰੂ ਜੀ ਇਹ ਕੀ ਚੱਕਰ ਹੈ, ਇਹ ਕਿਉਂ ਆਪਦਾ ਭੇਖ ਬਣਾਈ ਫਿਰਦੇ ਨੇ। ਸਤਿਗੁਰੂ ਜੀ ਫਰਮਾਨ ਕਰਦੇ ਹਨ, ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਗ। ਸਤਿਗੁਰੂ ਜਗਤ ਸੁਆਮੀ ਜੀ ਫਰਮਾਨ ਕਰਦੇ ਨੇ, ਸੱਚੇ ਨਾਮ ਤੋਂ ਬਗੈਰ ਕਹਿੰਦੇ ਗੁਰਸਿੱਖੋ ਕਿਹੜਾ ਟਿੱਕਾ ਤੇ ਕਿਹੜਾ ਧਾਗਾ, ਜਿਹਦੇ ਅੰਦਰ ਸੱਚਾ ਨਾਮ ਹੀ ਨਹੀਂ ਵਸਿਆ, ਉਹਦਾ ਗਾਤਰਾ ਪਾਏ ਦਾ ਕੀ ਫਾਇਦਾ ਫਿਰ, ਜਦੋਂ ਸੱਚਾ ਨਾਮ ਹੀ ਨਹੀਂ ਵਸਾਉਣਾ ਹਿਰਦੇ ਦੇ ਅੰਦਰ। ਕਰਮ ਹੀ ਮਾੜੇ ਕਰਨੇ ਨੇ, ਉਹਦਾ ਕਿਰਪਾਨ ਧਾਰਨ ਕਰਨ ਦਾ ਕੀ ਫਾਇਦਾ ਫਿਰ। ਜੇ ਉਦੋਂ ਵਾਅਦਾ ਕਰ ਲਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਆ, 5 ਪਿਆਰੇ ਸਿੰਘ ਸਾਹਿਬਾਨਾਂ ਨੂੰ ਵਾਅਦਾ ਕਰਤਾ ਕਿ ਮੈਂ ਹੁਣ ਅੰਮ੍ਰਿਤ ਦੀ ਦਾਤ ਲੈਣੀ ਹੈ,
ਮੈਂ ਪੰਜਾਂ ਕਕਾਰਾਂ ਦਾ ਧਾਰਨੀ ਹੋਵਾਂਗਾ। ਕੋਈ ਬੱਜਰ ਗ੍ਰਹਿ ਨਹੀਂ ਕਰਦਾ, ਆਪਣੀ ਦਾੜੀ ਮੁੱਛ ਨੂੰ ਕਾਲਖ ਨਹੀਂ ਲਾਉਣਾ, ਕੇਸ ਨਹੀਂ ਕਤਲ ਕਰਵਾਉਣਾ। ਗ੍ਰਸਤੀ ਜੀਵਨ ਦੇ ਵਿੱਚ ਪੱਕਾ ਰਵਾਂਗਾ, ਕਿਤੇ ਬਾਹਰ ਨਹੀਂ ਮੂੰਹ ਮਾਰਦਾ, ਕੋਈ ਟੈਨਸ਼ਨਾਂ ਫਿਕਰਾਂ ਦੇ ਵਿੱਚ ਨਹੀਂ ਪੈਂਦਾ, ਕੇਵਲ ਤੇ ਕੇਵਲ ਅਕਾਲ ਪੁਰਖ ਦਾ ਉਪਾਸ਼ਕ ਹੋਵਾਂਗਾ, ਕਿਸੇ ਹੋਰ ਮੜੀ ਮਸਾਣੀ ਨੂੰ ਨਹੀਂ ਮੰਨਦਾ। ਮਹਾਰਾਜ ਸਾਹਿਬ ਜੀ ਕਹਿੰਦੇ ਨਾਨਕ ਸੱਚੇ ਨਾਮ ਬਿਨ, ਇਹ ਜਿਹੜਾ ਸੱਚਾ ਨਾਮ ਹੀ ਨਹੀਂ ਵਸਾਉਣਾ ਸੀ, ਸੱਚੇ ਦੇ ਦਰ ਤੇ ਜਿਹੜੇ ਇਹਨੇ ਵਾਅਦੇ ਕੀਤੇ, ਕਿਆ ਟਿੱਕਾ ਕਿਆ ਤੱਗ, ਕਿਹੜਾ ਟਿੱਕਾ ਲਾਇਆ ਉਹਨਾਂ ਦਾ ਮਨਜ਼ੂਰ ਹੈ ਤੇ ਕਿਹੜਾ ਉਹਨਾਂ ਧਾਗਾ ਪਾਲਿਆ ਮਨਜ਼ੂਰ ਹੈ, ਜਦੋਂ ਸੱਚਾ ਨਾਮ ਹੀ ਨਹੀਂ ਹਿਰਦੇ 'ਚ ਵਸਾਇਆ। ਤੇ ਅੱਜ ਕੱਲ੍ਹ ਗੁਰਸਿੱਖਾਂ ਦੀ ਵੀ ਭਾਈ ਇਹੋ ਹੀ ਕਰਨੀ ਪ੍ਰਬਲ ਹੋਈ ਹੁੰਦਾ ਹੀ ਹੈ ਕਿ ਕਕਾਰ ਜਿਹੜੇ ਨੇ ਇਹ ਤੇ ਤਿੰਨ ਤਿੰਨ ਕਿਰਪਾਨਾਂ ਪਾਲੀਆਂ, ਬੜਾ ਸੁੰਦਰ ਬਾਣਾ ਪਾਲਿਆ, ਪਰ ਅੰਦਰ ਕਰਨੀ ਨਹੀਂ ਪ੍ਰਧਾਨ, ਕਰਨੀ ਦੇ ਅੰਦਰ ਹਜੇ ਕੱਚ ਹੈ, ਕਿਉਂਕਿ ਸੱਚਾ ਨਾਮ ਵਸਾਉਣਾ ਜ਼ਰੂਰੀ ਹੈ। ਭੇਖ ਤੇ ਕੋਈ ਜਿੰਨੇ ਮਰਜ਼ੀ ਬਣਾ ਲਵੇ, ਭੇਖ ਤੇ ਬੜੇ ਬਣੇ ਨੇ ਅੱਗੇ ਹੀ, ਪਰ ਸਤਿਗੁਰੂ ਜੀ ਕਹਿੰਦੇ ਕਿ ਜੇ ਗੁਰਸਿੱਖੋ ਤੁਸੀਂ ਤਰਨਾ ਹੈ ਨਾ, ਫਿਰ ਸੱਚੇ ਨਾਮ ਨੂੰ ਆਪਦੀ ਹਿਰਦੇ 'ਚ ਵਸਾਓ, ਫਿਰ ਕਿਤੇ ਪਾਰ ਉਤਾਰਾ ਹੋਵੇਗਾ। ਇਹ ਨਹੀਂ ਕਿ ਜੇ ਭੇਖ ਬਣਾ ਲਏ ਤੇ ਫਿਰ ਹੀ ਪਾਰ ਉਤਾਰਾ ਹੋਣਾ ਹੈ। ਇਸ ਕਰਕੇ ਉਹਨਾਂ ਦਾ ਧਾਗਾ ਪਾਇਆ ਵੀ ਤੇ ਟਿੱਕੇ ਲਾਏ ਵੀ ਝੂਠੇ ਹਨ, ਜਦੋਂ ਨਾਮ ਨੂੰ ਹੀ ਹਿਰਦੇ 'ਚ ਨਹੀਂ ਵਸਾਉਣਾ। ਮਹੱਲਾ ਪਹਿਲਾ। ਲੱਖ ਨੇਕੀਆ ਚੰਗਿਆਈਆ, ਲੱਖ ਪੁੰਨਾ ਪਰਵਾਨ। ਸਤਿਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਕਿ ਭਾਵੇਂ ਕੋਈ ਮੁਸਲਮਾਨ ਹੋਵੇ, ਲੱਖਾਂ ਹੀ ਨੇਕੀਆਂ ਕਰੀ ਜਾਵੇ, ਬੜੀਆਂ ਚੰਗਿਆਈਆਂ ਕਰੀ ਜਾਵੇ, ਕੋਈ ਹਿੰਦੂ ਹੋ ਕੇ, ਲੱਖ ਪੁੰਨਾ ਪ੍ਰਵਾਨ, ਜਿਹੜੇ ਪ੍ਰਵਾਨ ਨੀਕ ਪੁੰਨ ਨੇ, ਜਿੰਨੇ ਕੋਈ ਮਰਜ਼ੀ ਲੱਖਾਂ ਹੀ ਕਰੀ ਜਾਵੇ, ਭਾਵੇਂ ਕੋਈ ਲੱਖਾਂ ਹੀ ਚੰਗਿਆਈਆਂ ਕਰੀ ਜਾਵੇ, ਮੁਸਲਮਾਨ ਹੋ ਕੇ ਨੇਕੀਆਂ ਕਰੀ ਜਾਵੇ, ਤੇ ਭਾਵੇਂ ਕੋਈ ਜਿੰਨੇ ਮਰਜ਼ੀ ਪੁੰਨ ਕਰੀ ਜਾਵੇ ਪ੍ਰਵਾਨ ਨੀਕ ਹੋ ਕੇ। ਲੱਖ ਤਪ ਉੱਪਰ ਤੀਰਥਾਂ, ਸਹਿਜ ਜੋਗ ਬੇਬਾਨ। ਸਤਿਗੁਰੂ ਜੀ ਫਰਮਾਉਂਦੇ ਨੇ ਭਾਵੇਂ ਤੀਰਥਾਂ ਦੇ ਉੱਤੇ ਬਹਿ ਕੇ ਲੱਖਾਂ ਤਰ੍ਹਾਂ ਦੇ ਤਪ ਕਰ ਲਏ, ਕੋਈ ਬੜੀ ਸਾਧਨਾ ਸਾਧ ਲਏ, ਭਾਵੇਂ ਕੋਈ ਜੋਗ ਮਤ ਦੇ ਵਿੱਚ ਹੋ ਕੇ ਸਿੱਧ ਬਣ ਕੇ, ਜੋਗੀ ਬਣ ਕੇ, ਸਹਿਜ ਜੋਗ ਬੇਬਾਨ, ਆਪਣੇ ਅੰਦਰ ਸਹਿਜ ਅਵਸਥਾ ਧਾਰਨ ਕਰਕੇ ਬੇਬਾਨ ਬੀਆਬਾਨ ਜੰਗਲਾਂ ਦੇ ਵਿੱਚ ਬਹਿ ਕੇ ਜੁੜ ਜਾਵੇ। ਲੱਖ ਸੂਰਤਨ ਸੰਗਰਾਮ ਰਣ ਮਹਿ, ਲੱਖ ਸੂਰਤਨ ਸੰਗਰਾਮ ਰਣ ਮਹਿ ਛੁਟਹਿ ਪਰਵਾਨ। ਸਤਿਗੁਰੂ ਜੀ ਫਰਮਾਉਂਦੇ ਨੇ ਲੱਖ ਸੂਰਤਨ ਸੰਗਰਾਮ ਰਣ ਮਹਿ ਛੁਟਹਿ ਪ੍ਰਾਣ। ਮਹਾਰਾਜ ਸਾਹਿਬ ਕਹਿੰਦੇ ਨੇ ਭਾਵੇਂ ਕੋਈ ਸੂਰਮਾ ਹੋਵੇ, ਸੂਰਮਤਾਈ ਦੇ ਜੌਹਰ ਵਿਖਾਉਂਦਾ ਹੋਵੇ ਤੇ ਜੰਗ ਦੇ ਮੈਦਾਨ ਵਿੱਚ ਲੜਦਾ ਲੜਦਾ ਮਰ ਜਾਵੇ, ਉਹਦੇ ਪ੍ਰਾਣ ਛੁੱਟ ਜਾਣ ਉੱਥੇ ਹੀ। ਲੱਖ ਸੁਰਤੀ ਲੱਖ ਗਿਆਨ ਧਿਆਨ, ਪੜ੍ਹੀਐ ਪਾਠ ਪੁਰਾਣ। ਭਾਵੇਂ ਕੋਈ ਲੱਖਾਂ ਹੀ ਵੇਦਾਂ ਦੀਆਂ ਸੁਰਤੀਆਂ ਦਾ ਅਭਿਆਸ ਕਰ ਲਵੇ, ਲੱਖ ਗਿਆਨ ਧਿਆਨ, ਭਾਵੇਂ ਲੱਖਾਂ ਹੀ ਗਿਆਨ ਧਿਆਨ ਦਾ ਗਿਆਨ ਹੋ ਜਾਵੇ ਉਸ ਨੂੰ, ਲੱਖਾਂ ਵਾਰੀ ਗਿਆਨ ਧਿਆਨ ਦ੍ਰਿੜ ਕਰ ਲਵੇ, ਪੜ੍ਹੀਐ ਪਾਠ ਪੁਰਾਣ, ਭਾਵੇਂ ਪੁਰਾਣਾਂ ਦਾ 18 ਪੁਰਾਣਾਂ ਦਾ ਪਾਠੀ ਬਣ ਜਾਵੇ, 18 ਪੁਰਾਣਾਂ ਨੂੰ ਪੜ੍ਹਨ ਲੱਗ ਪਵੇ, ਭਾਵੇਂ ਵੇਦਾਂ ਦੀਆਂ ਸੁਰਤੀਆਂ ਦਾ ਅਭਿਆਸ ਹੋ ਜਾਵੇ, ਭਾਵੇਂ 18 ਪੁਰਾਣ ਨੇ ਜਿਹੜੇ ਉਹਨਾਂ ਦਾ ਅਭਿਆਸ ਕਰਨ ਲੱਗ ਪਵੇ, ਭਾਵੇਂ ਲੱਖਾਂ ਹੀ ਗਿਆਨ ਧਿਆਨ ਧਾਰਨ ਕਰ ਲਵੇ। ਜਿਨ ਕਰਤੈ ਕਰਨਾ ਕੀਆ, ਲਿਖਿਆ ਆਵਣ ਜਾਣ। ਪਰ ਸਤਿਗੁਰੂ ਜੀ ਕਹਿੰਦੇ ਕਿ ਮਰਨਾ ਤੇ ਇੱਕ ਦਿਨ ਸਾਰਿਆਂ ਨਹੀਂ ਹੈ। ਜਿਨ ਕਰਤੈ ਕਾਰਨ ਕੀਆ, ਲਿਖਿਆ ਆਵਣ ਜਾਣ। ਜਿਹੜੇ ਕਰਤੇ ਨੇ ਸਾਰਾ ਕਰਨਾ ਸ੍ਰਿਸ਼ਟੀ ਸਾਜੀ ਹੈ ਨਾ, ਕਾਰਨ ਸਰੂਪ ਲਿਖਿਆ ਆਵਣ ਜਾਣ। ਸਾਰਿਆਂ ਦੇ ਮੱਥੇ ਤੇ ਇਹੋ ਹੀ ਲੇਖ ਲਿਖਿਆ ਹੈ ਕਿ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀਐ। ਜਿਹੜਾ ਵੀ ਇੱਥੇ ਆਇਆ ਉਹ ਚੱਲ ਸੀ ਭਾਈ, ਜਾਣਾ ਹੀ ਪਵੇਗਾ, ਆਪੋ ਆਪਣੀ ਵਾਰੀ ਹੈ। ਰਾਣਾ ਰਾਓ ਨਾ ਕੋ ਰਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਏ ਨਾ ਬੰਧੈ ਧੀਰ। ਨਾ ਤੇ ਕੋਈ ਇੱਥੇ ਰਾਣਾ ਰਿਹਾ ਤੇ ਨਾ ਰਾਓ ਰਿਹਾ, ਨਾ ਕੋਈ ਵੱਡਾ ਰਾਜਾ ਰਿਹਾ ਤੇ ਨਾ ਛੋਟਾ ਹੀ ਰਿਹਾ, ਨਾ ਕੋਈ ਫਕੀਰ ਹੀ ਰਿਹਾ ਹੈ, ਕੋਈ ਨਹੀਂ ਰਿਹਾ ਇੱਥੇ ਤੇ ਭਾਈ। ਆਇਆ ਵੇਲਾ ਅੰਤ, ਜੈਸਾ ਮਰ ਗਿਆ ਗਧਾ ਤੈਸਾ ਮਰ ਗਿਆ ਸੰਤ।
ਕਿਉਂਕਿ ਅੰਤਲਾ ਵੇਲਾ ਤੇ ਸਾਰਿਆਂ ਦਾ ਇੱਕੋ ਜਿਹਾ ਹੀ ਹੈ। ਭਾਵੇਂ ਕੋਈ ਜਿਵੇਂ ਮਰਜ਼ੀ ਸਾਧਨਾ ਸਾਧੀ ਜਾਵੇ, ਜੋ ਮਰਜ਼ੀ ਕਰੀ ਜਾਵੇ, ਮੌਤ ਦੇ ਭਾਈ ਸੰਤ ਨੂੰ ਵੀ ਆਈ ਹੈ ਤੇ ਜੂਨਾਂ 'ਚ ਪਏ ਗਧੇ ਨੂੰ ਵੀ ਆਈ ਹੈ। ਪਰ ਇੱਕ ਕਰਨੀ ਪ੍ਰਧਾਨ ਹੈ ਕਿ ਸੰਤ ਸੱਚਖੰਡ ਦਾ ਵਾਸੀ ਹੋ ਜਾਂਦਾ ਹੈ, ਉਹ ਸਾਰੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ, ਤੇ ਜਿਹੜਾ ਗਧਾ ਹੈ ਉਹ ਜੂਨਾਂ ਦੇ ਵਿੱਚ ਭਰਮਦਾ ਰਹਿੰਦਾ ਹੈ। ਪਰ ਮਰਨਾ ਜਿਹੜਾ ਹੈ ਇਹ ਆਵਣ ਜਾਣਾ ਸਾਰਿਆਂ ਦਾ ਲਿਖਿਆ ਹੈ, ਇਹ ਅਟਲ ਹੁਕਮ ਹੈ ਇੱਕ। ਕਿਉਂਕਿ ਅਵਤਾਰ ਚਲੇ ਗਏ ਜੁਗਾਂ ਦੇ, ਵੱਡੇ ਵੱਡੇ ਰਾਵਣ ਵਰਗੇ ਰਾਜੇ ਚਲੇ ਗਏ, ਅਸੀਂ ਕਿਹੜੇ ਬਾਗ ਦੀ ਮੂਲੀ ਹਾਂ ਕਿ ਅਸੀਂ ਨਹੀਂ ਜਾਵਾਂਗੇ? ਸਾਰਿਆਂ ਨੂੰ ਭਾਈ ਜਾਣਾ ਪਵੇਗਾ। ਜਿਹੜਾ ਸੰਸਾਰ ਤੇ ਆਇਆ ਉਹਨੂੰ ਇੱਥੋਂ ਕੂਚ ਕਰਨੀ ਪਵੇਗੀ, ਪੱਕਾ ਰਹਿਣ ਕੋਈ ਵੀ ਨਹੀਂ ਆਇਆ। ਇਹ ਤੇ ਥੋੜ੍ਹੇ ਦਿਨਾਂ ਦੀ ਗੱਲਬਾਤ ਹੈ ਸਾਰੀ। ਅਸੀਂ ਜਿਹਨੂੰ ਜ਼ਿਆਦਾ ਸਮਾਂ ਵੇਖੀ ਫਿਰਦੇ ਹਾਂ ਕਿ ਬੜਾ ਸਾਡੇ ਕੋਲ ਸਮਾਂ ਹੈ, ਪਰ ਸਤਿਗੁਰੂ ਜੀ ਕਹਿੰਦੇ ਹਨ, ਅਵਸਰ ਬੀਤਿਓ ਜਾਤ ਹੈ ਕਹਿਓ ਮਾਣ ਲੈ ਮੇਰੋ, ਕਿ ਗੁਰਸਿੱਖਾ ਤੇਰਾ ਸਮਾਂ ਲੰਘੀ ਜਾਂਦਾ ਦਿਨੋਂ ਦਿਨ, ਤੂੰ ਨਾਮ ਨਹੀਂ ਜਪਦਾ, ਭਗਤੀ ਨਹੀਂ ਕਰਦਾ। ਜਿਹੜੇ ਕਰਤੇ ਨੇ ਸਾਰਾ ਇਹ ਕਾਰਨ ਸ੍ਰਿਸ਼ਟੀ ਸਾਜੀ ਹੈ, ਉਹਦਾ ਨਾਮ ਕਿਉਂ ਨਹੀਂ ਜਪਦਾ? ਲਿਖਿਆ ਆਵਣ ਜਾਣ, ਕਿਉਂਕਿ ਸਾਰਿਆਂ ਦੇ ਮੱਥੇ ਤੇ ਆਵਣ ਜਾਣਾ ਲਿਖਿਆ ਹੈ, ਸਾਰਿਆਂ ਨੇ ਇੱਕ ਦਿਨ ਮਰਨਾ ਹੈ, ਪਰ ਨਾਮ ਜਪਣਾ ਜ਼ਰੂਰੀ ਹੈ। ਨਾਨਕ ਮਤੀ ਮਿਥਿਆ ਕਰਮ ਸੱਚਾ ਨੀਸਾਨ। ਸਤਿਗੁਰੂ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ, ਬਾਕੀ ਸਾਰੀਆਂ ਹੀ ਮੱਤਾਂ ਜਿਹੜੀਆਂ ਨੇ ਝੂਠੀਆਂ ਨੇ। ਭਾਵੇਂ ਕੋਈ ਜਿੰਨਾ ਮਰਜ਼ੀ ਤੀਰਥਾਂ ਤੇ ਇਸ਼ਨਾਨ ਕਰੀ ਜਾਵੇ, ਜਿੰਨੇ ਮਰਜ਼ੀ ਯੋਗ ਅਭਿਆਸ ਕਰੀ ਜਾਵੇ ਜੰਗਲਾਂ ਦੇ ਵਿੱਚ ਬਹਿ ਕੇ, ਭਾਵੇਂ ਕੋਈ ਜਿੰਨੀਆਂ ਮਰਜ਼ੀ ਚੰਗਿਆਈਆਂ ਕਰੀ ਜਾਵੇ, ਕੁਝ ਕਰੀ ਜਾਵੇ, ਪਰ ਸਤਿਗੁਰੂ ਜੀ ਕਹਿੰਦੇ ਸਾਰੀਆਂ ਮੱਤਾਂ ਝੂਠੀਆਂ ਨੇ, ਬਹੁਤੀਆਂ ਸੱਚੀਆਂ ਨਹੀਂ। ਕਰਮ ਸੱਚਾ ਨਿਸ਼ਾਨ, ਇੱਕ ਹੀ ਕਰਮ ਸੱਚਾ ਹੈ ਕਿ ਨਿਸ਼ਾਨ ਕਹੀਏ ਕਿ ਪ੍ਰਗਟ ਸਰੂਪ ਵਾਹਿਗੁਰੂ ਨੂੰ ਪ੍ਰਗਟ ਕਰ ਲੈਣਾ, ਉਹਦੇ ਸੱਚ ਦੇ ਵਿੱਚ ਰਮ ਜਾਣਾ। ਬੋਲੀਐ ਸੱਚ ਧਰਮ ਝੂਠ ਨਾ ਬੋਲੀਐ, ਜੋ ਗੁਰ ਦੱਸੈ ਬਾਟ ਮੋਈਦਾ ਜੋਲੀਐ, ਕਿ ਸੱਚ ਦੇ ਰਾਹ ਤੇ ਤੁਰ ਪੈਣਾ। ਇਹ ਨਾ ਸੋਚਣਾ ਕਿ ਹੁਣ ਮੌਤ ਆ ਜਾਵੇਗੀ ਜੇ ਸੱਚ ਦੇ ਰਾਹ ਤੇ ਤੁਰ ਪਏ ਤੇ ਕੇਵਲ ਤੇ ਕੇਵਲ ਸੱਚ ਦੀ ਬਾਂਹ ਫੜਨੀ ਹੈ, ਕਾਲ ਪੁਰਖ ਦਾ ਪੱਲਾ ਫੜਨਾ। ਮਹਾਰਾਜ ਸਾਹਿਬ ਕਹਿੰਦੇ ਹੋਰ ਬਾਕੀ ਜਿੰਨੇ ਵੀ ਕੰਮ ਨੇ ਸਾਰੇ ਝੂਠੇ ਨੇ, ਕੋਈ ਕੰਮ ਨਾਲ ਨਿਭਣ ਵਾਲਾ ਨਹੀਂ। ਕਰਮ ਸੱਚਾ ਨਿਸ਼ਾਨ, ਜੇ ਪ੍ਰਗਟ ਸਰੂਪ ਵਾਹਿਗੁਰੂ ਨੂੰ ਜਾਣ ਲਿਆ ਨਾ, ਸੱਚਾ ਕਰਮ ਤੇ ਇਹੋ ਹੀ ਹੈ। ਪੌੜੀ ਸੱਚਾ ਸਾਹਿਬ ਏਕ ਤੂੰ, ਜਿਨ ਸੱਚੋ ਸੱਚ ਵਰਤਾਇਆ। ਵਾਹਿਗੁਰੂ ਜੀ ਆਵਲੀ ਤੇ ਸੱਚੇ ਸਾਹਿਬ ਹੋ, ਸਾਂਝਾ ਸਾਹਿਬ ਬਾਪ ਹਮਾਰਾ, ਨੌ ਨਿਧ ਤੇਰੇ ਅਖੁੱਟ ਭੰਡਾਰਾ। ਜਿਹਦੇ ਦਰ ਘਰ ਦੇ ਵਿੱਚ ਨਾ ਜਿਹੜੇ ਸੰਤ ਮਹਾਂਪੁਰਖ ਰਹਿੰਦੇ ਨੇ, ਕਹਿੰਦੇ ਉਹਨਾਂ ਦੇ ਚਰਨਾਂ ਦੇ ਵਿੱਚ ਹੀ ਰਿੱਧੀਆਂ ਸਿੱਧੀਆਂ ਨੇ, ਜਿਨ੍ਹਾਂ ਨੂੰ ਭਾਲਣ ਦੇ ਵਾਸਤੇ, ਜਿਨ੍ਹਾਂ ਨੂੰ ਕੁਝ ਕਰਵਾਉਣ ਦੇ ਵਾਸਤੇ ਅਸੀਂ ਟੂਣੇ ਟਮਾਣੇ ਕਰਦੇ ਹਾਂ। ਸਿਆਣਿਆਂ ਦੇ ਕੋਲ ਜਾਂਦੇ ਹਾਂ, ਜਿਨ੍ਹਾਂ ਨੂੰ ਕਹਿੰਦੇ ਬੜੇ ਸਿਆਣੇ ਨੇ, ਧਾਗੇ ਤਵੀਤਾਂ ਵਾਲਿਆਂ ਕੋਲ ਅਸੀਂ ਜਾਈਦਾ ਹੈ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਸਾਧੂਆਂ ਦੀ ਰਵਾਲ ਨੇ। ਸਵਾਦ ਸਾਧੂਆਂ ਦੇ ਚਰਨਾਂ ਵਿੱਚ ਧੂੜੀ ਵਿੱਚ ਹੀ ਉਹ ਮਿਲੀਆਂ ਨੇ ਰਿੱਧੀਆਂ ਸਿੱਧੀਆਂ। ਜਦੋਂ ਸਾਧੂ ਦੇ ਦਰਬਾਰ ਦੇ ਕੋਲ ਜਾਈਦਾ ਹੈ, ਰਿੱਧੀਆਂ ਸਿੱਧੀਆਂ ਦੇ ਭਾਈ ਉੱਥੇ ਉੱਦਾਂ ਹੀ ਫ੍ਰੀ ਮਿਲ ਜਾਂਦੀਆਂ। ਜਿੱਥੇ ਅਸੀਂ ਇਹਨੇ ਮਾੜੇ ਕਰਮ ਕੀਤੇ, ਇੰਨਾ ਜ਼ੋਰ ਲਾਇਆ, ਪਰ ਕੁਝ ਪ੍ਰਾਪਤ ਨਹੀਂ ਹੋਇਆ। ਉਹ ਜਿਹੜਾ ਸਾਂਝਾ ਸਾਹਿਬ ਬਾਪ ਹਮਾਰਾ ਹੈ ਨਾ, ਸਾਰੇ ਸੰਸਾਰ ਦਾ ਬਾਪ ਹੈ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਵਰਾ। ਜਿਹੜਾ ਗੁਰਦੇਵ ਹੈ, ਗੁਰੂ ਨਾਨਕ ਸਰੂਪ ਵਾਹਿਗੁਰੂ ਹੈ। ਸੱਚਾ ਸਾਹਿਬ ਏਕ ਤੂੰ, ਉਹ ਸੱਚਾ ਹੈ ਭਾਈ, ਇੱਕੋ ਹੀ ਸਾਹਿਬ ਹੈ ਸਾਰਿਆਂ ਦਾ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ। ਗੁਰਬਾਣੀ ਨੇ ਤੇ ਭਾਈ ਪੁਕਾਰ ਪੁਕਾਰ ਕੇ ਕਿਹਾ ਹੈ ਕਿ ਮੇਰਾ ਜਿਹੜਾ ਗੁਰੂ ਨਾਨਕ ਸਾਹਿਬ ਹੈ ਉਹ ਇੱਕ ਹੈ। ਮਤਾਂ ਜਾਣਿਓ ਕਿ ਗੁਰੂ ਨਾਨਕ ਦੇ ਗੁਰੂ ਗੋਬਿੰਦ ਸਿੰਘ ਸਾਹਿਬ 'ਚ ਕੋਈ ਭੇਦ ਹੈ, ਗੁਰੂ ਨਾਨਕ ਦੇ ਗੁਰੂ ਗ੍ਰੰਥ ਸਾਹਿਬ 'ਚ ਕੋਈ ਭੇਦ ਹੈ? ਕੋਈ ਭੇਦ ਨਹੀਂ। ਜਿਉ ਜਲ ਮਹਿ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਇਹ ਤੇ ਇਸ ਪ੍ਰਕਾਰ ਹੈ ਜਿਵੇਂ ਜਲ ਦੇ ਵਿੱਚ ਜਲ ਸਮਾ ਗਿਆ, ਇਸ ਤਰ੍ਹਾਂ ਗੁਰੂ ਨਾਨਕ ਦੇ ਵਿੱਚ ਗੁਰੂ ਅੰਗਦ ਦੇਵ ਜੀ ਸਮਾ ਗਏ, ਗੁਰੂ ਅੰਗਦ ਦੇ ਵਿੱਚ ਗੁਰੂ ਨਾਨਕ ਦੇਵ ਜੀ ਸਮਾ ਗਏ। ਜੋਤ 오ਹਾ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀਐ,
ਜੋਤ ਗੁਰੂ ਨਾਨਕ ਦੀ ਰਹੀ, ਜੋਤ ਅਕਾਲ ਪੁਰਖ ਦੀ ਰਹੀ, ਬਸ ਕਾਇਆ ਹੀ ਬਦਲਦੀ ਰਹੀ। ਕਿਉਂਕਿ ਸੰਸਾਰ ਤੇ ਆਵਣ ਜਾਣਾ ਸਾਰਿਆਂ ਦਾ ਲਿਖਿਆ ਹੈ। ਗੁਰੂ ਨਾਨਕ ਵੀ ਗਏ ਨੇ, ਆਪਦੀ ਮਰਜ਼ੀ ਨਾਲ ਆਏ ਸੀ, ਆਪਦੀ ਮਰਜ਼ੀ ਨਾਲ ਗਏ ਨੇ, ਪਰ ਜਾਣਾ ਸਾਰਿਆਂ ਨੂੰ ਪਿਆ ਭਾਈ। ਪੱਕਾ ਇੱਥੇ ਕੋਈ ਨਹੀਂ ਰਿਹਾ। ਪਰ ਜਿਨੇ ਨਾਮ ਜਪਿਆ ਬ੍ਰਹਮ ਗਿਆਨੀ ਸਾਧ ਜੀਵੈ ਨਹੀਂ ਮਰਦਾ। ਫਿਰ ਉਹ ਬ੍ਰਹਮ ਗਿਆਨੀ ਜਿਹੜਾ ਹੋ ਗਿਆ ਨਾ, ਉਹ ਹਮੇਸ਼ਾ ਹੀ ਜੀਂਦਾ ਹੈ, ਫਿਰ ਮਰਦਾ ਨਹੀਂ ਕਦੇ। ਹੁਣ ਸਾਡੇ ਸ਼ਹੀਦ ਹੋਏ ਨੇ ਮਹਾਂਪੁਰਖ, ਧੰਨ ਬਾਬਾ ਦੀਪ ਸਿੰਘ ਸਾਹਿਬ ਜੀ, ਧੰਨ ਭਾਈ ਮਣੀ ਸਿੰਘ ਸਾਹਿਬ ਜੀ। ਕਿੱਥੇ ਭਾਈ ਮਰਦੇ ਨੇ, ਹਜੇ ਤੱਕ ਚੇਤਾ ਕਰਦੇ ਆ ਉਹਨਾਂ ਨੂੰ, ਕਦੀ ਵੇਖੇ ਨਹੀਂ, ਪਰ ਅਸੀਂ ਜਿਉਂਦੇ ਜਾਗਦੇ ਯਾਦ ਕਰਦੇ ਹਾਂ ਉਹਨਾਂ ਨੂੰ ਕਿ ਹਜੇ ਵੀ ਸ਼ਹੀਦ ਸਿੰਘ ਵਰਤਦੇ ਨੇ। ਐਸਾ ਹੈ ਸਾਂਝਾ ਸਾਹਿਬ ਬਾਪ ਹਮਾਰਾ, ਜਿਹੜਾ ਸੱਚਾ ਹੈ ਉਹਦੇ ਸੰਤ ਮਹਾਂਪੁਰਖ ਵੀ ਸੱਚੇ ਨੇ। ਜਿਨ ਸੱਚੋ ਸੱਚ ਵਰਤਾਇਆ, ਜਿਨ੍ਹਾਂ ਨੇ ਨਿਸ਼ਚੇ ਕਰਕੇ ਸੱਚ ਨੂੰ ਹੀ ਵਰਤਾਇਆ ਹੈ। ਸਤਿਯੁਗ ਦੇ ਵਿੱਚ ਵੀ ਭਾਈ ਅਕਾਲ ਪੁਰਖ ਹੀ ਵਰਤਿਆ, ਕਲਯੁਗ ਦੇ ਵਿੱਚ ਵੀ ਉਹੀ ਵਰਤ ਰਹੇ ਨੇ। ਚਾਰ ਯੁੱਗ ਨੇ, ਚਾਰਾਂ ਦੇ ਵਿੱਚ ਵਾਹਿਗੁਰੂ ਨੇ ਸਾਰਿਆਂ ਨੂੰ ਦਾਤਾਂ ਦਿੱਤੀਆਂ, ਸਾਰਿਆਂ ਨੂੰ ਦਾਤਾਂ ਵਰਤਾਈਆਂ ਨੇ। ਤੇ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ, ਉਹਦੇ ਸੰਤ ਭਗਤ ਨੇ ਜਿਹੜੇ ਉਹ ਵੀ ਸੱਚੇ ਨੇ, ਜਿਨ੍ਹਾਂ ਨੇ ਸੱਚ ਦਾ ਵਰਤਾਰਾ ਵਰਤਾਇਆ ਹੈ। ਜਿਸ ਤੂੰ ਦੇਹ ਤਿਸ ਮਿਲੈ ਸੱਚ, ਤਾ ਤਿਨੀ ਸੱਚ ਕਮਾਇਆ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਇਹ ਗੁਰੂ ਗਰੀਬ ਨਿਵਾਜ ਜੀ, ਜਿਨ੍ਹਾਂ ਨੂੰ ਆਪ ਜੀ ਨੇ ਕਿਰਪਾ ਮਿਹਰਾਮਤ ਕਰਕੇ ਸੱਚ ਦਿੱਤਾ ਨਾ, ਉਹਨਾਂ ਨੇ ਹੀ ਆਪ ਜੀ ਦਾ ਸੱਚ ਕਮਾਇਆ ਹੈ। ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕੈ ਹਿਰਦੈ ਸੱਚ ਵਸਾਇਆ। ਮਹਾਰਾਜ ਸਾਹਿਬ ਜੀ ਪ੍ਰਮਾਣ ਕਰਦੇ ਨੇ, ਜੁਗਤੀ ਦੱਸਦੇ ਨੇ ਗੁਰਸਿੱਖਾਂ ਨੂੰ ਕਿ ਗੁਰਸਿੱਖੋ, ਕਿ ਤੁਹਾਨੂੰ ਇੱਕ ਜੁਗਤੀ ਦੱਸਦੇ ਹਾਂ, ਜਿਨ੍ਹਾਂ ਨੇ ਆਪਦੇ ਹਿਰਦੇ ਦੇ ਵਿੱਚ ਸੱਚ ਵਸਾ ਲਿਆ ਨਾ, ਜੇ ਕਿਤੇ ਜੀ ਕਰੇ ਮਨ ਦੇ ਵਿੱਚ ਤੇ ਲੱਗੇ ਕਿ ਗੁਰੂ ਨਾਨਕ ਦੇ ਦਰਸ਼ਨ ਕਰਕੇ ਵੇਖੀਏ, ਮਨੁੱਖਾ ਜਨਮ ਮਿਲਿਆ ਕਿਤੇ ਖਰਾਬ ਹੀ ਨਾ ਹੋ ਜਾਵੇ। ਬੜਾ ਸਮਾਂ ਲੰਘ ਗਿਆ, ਬਚਪਨ ਤੋਂ ਲੱਗੇ ਮਾੜੇ ਕਰਮ ਕਰਨ, ਕਦੀ ਪਹਿਲੋਂ ਖੇਡਾਂ ਦੇ ਵਿੱਚ ਲੰਘ ਗਿਆ ਜੀਵਨ, ਜਵਾਨੀ ਜਿਹੜੀ ਕਰਮੀ ਉਹੋ ਜਿਹੇ ਕੀਤੇ, ਸੰਸਾਰ ਵੀ ਮਾੜਾ ਕਹਿਣ ਲੱਗ ਪਿਆ। ਪਰ ਜੇ ਕਿਤੇ ਹਿਰਦੇ 'ਚ ਜੀ ਕਰੇ ਕਿ ਗੁਰੂ ਨਾਨਕ ਦੇ ਦਰਸ਼ਨ ਕਰਕੇ ਵੇਖੀਏ, ਬੜੀ ਮਹਿਮਾ ਸੁਣੀ ਗੁਰੂ ਨਾਨਕ ਦੀ, ਉਹਦੇ ਦਰਸ਼ਨ ਕਰਕੇ ਵੇਖੀਏ। ਸਤਿਗੁਰੂ ਜੀ ਕਹਿੰਦੇ ਤੁਹਾਨੂੰ ਜੁਗਤੀ ਦੱਸਦੇ ਹਾਂ, ਹਿਰਦਾ ਸੱਚ ਵਸਾਇਆ, ਜਿਨ੍ਹਾਂ ਨੇ ਆਪਣੇ ਹਿਰਦੇ ਦੇ ਵਿੱਚ ਸੱਚ ਨੂੰ ਵਸਾ ਲਿਆ। ਇਹ ਸੋਚਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਰੱਬ ਹਨ, ਇਹਨਾਂ ਦੇ ਦਰਬਾਰ ਤੇ ਰੋਜ਼ ਜਾਣਾ ਚਾਹੀਦਾ ਹੈ, ਕਿਸੇ ਨਾ ਕਿਸੇ ਦਿਨ ਤੇ ਸਾਡੀ ਬਾਂਹ ਫੜ ਕੇ ਸਾਨੂੰ ਚੁੱਕ ਕੇ ਗੋਦੀ 'ਚ ਭਾ ਹੀ ਲੈਣਗੇ। ਜਿਨ੍ਹਾਂ ਨੇ ਇਸ ਪ੍ਰਕਾਰ ਸੱਚ ਨੂੰ ਆਪਦੇ ਹਿਰਦੇ ਦੇ ਅੰਦਰ ਪੱਕਾ ਕਰ ਲਿਆ, ਸਤਿਗੁਰ ਮਿਲਿਆ ਸੱਚ ਪਾਇਆ, ਉਹਨਾਂ ਨੇ ਨਿਸ਼ਚੇ ਕਰਕੇ ਸਤਿਗੁਰੂ ਗੁਰੂ ਨਾਨਕ ਸਰੂਪ ਦੀ ਪ੍ਰਾਪਤੀ ਕਰ ਲਈ ਹੈ। ਮੂਰਖ ਸੱਚ ਨਾ ਜਾਣਨੀ, ਮਨਮੁਖੀ ਜਨਮ ਗਵਾਇਆ। ਮੂਰਖਾ ਸਿਰ ਮੂਰਖ ਹੈ, ਜੇ ਮੰਨੇ ਨਾਹੀ ਨਾਉ। ਸੰਗਤ ਜੀ ਵੇਖੋ, ਗੁਰਬਾਣੀ ਨੇ ਜਿਹਨੂੰ ਅਸੀਂ ਮੱਥਾ ਟੇਕਦੇ ਹਾਂ, ਪ੍ਰਗਟ ਗੁਰਾਂ ਦੀ ਦੇਹ ਮੰਨਦੇ ਹਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਸਤਿਗੁਰੂ ਜੀ ਫਰਮਾਨ ਕਰਦੇ ਨੇ, ਉਹ ਮੂਰਖਾਂ ਦਾ ਵੀ ਵੱਡਾ ਮੂਰਖ ਹੈ। ਹੁਣ ਸੰਸਾਰ ਤੇ ਆਪਾਂ ਕਿਸੇ ਨੂੰ ਮੂਰਖ ਆਖ ਦਈਏ, ਅਗਲਾ ਬੜਾ ਗੁੱਸਾ ਕਰਦਾ ਕਿ ਮੈਨੂੰ ਮੂਰਖ ਕਿਉਂ ਆਖਿਆ ਇਹਨੇ। ਪਰ ਹੁਣ ਗੁਰਬਾਣੀ ਕਹਿ ਰਹੀ ਹੈ ਕਿ ਤੂੰ ਮੂਰਖਾਂ ਦਾ ਮੂਰਖ ਹੈ, ਜੇ ਨਾਮ ਨਹੀਂ ਮੰਨਦਾ ਤੇ। ਜਿੱਥੇ ਮਰਜ਼ੀ ਸਿਆਣਾ ਬਣਦਾ ਹੋਵੇ ਤੂੰ, ਜਿੰਨੀ ਤੇਰੀ ਮਰਜ਼ੀ ਸਿਆਣਪ ਚੱਲਦੀ ਹੋਵੇ ਕਿ ਮੇਰੇ ਵਰਗਾ ਕੋਈ ਬੁੱਧੀਵਾਨ ਨਹੀਂ, ਮੇਰੇ ਵਰਗਾ ਕਿਸੇ ਕੋਲ ਬਲ ਨਹੀਂ, ਪਰ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ, ਮੂਰਖਾ ਸਿਰ ਮੂਰਖ ਹੈ, ਜੇ ਮੰਨੇ ਨਾਹੀ ਨਾਉ। ਜਿੰਨਾ ਜਿਹੜਾ ਨਾਮ ਹੀ ਨਹੀਂ ਮੰਨਦਾ, ਗੁਰੂ ਘਰ ਹੀ ਨਹੀਂ ਆਉਂਦਾ, ਫਿਰ ਮੂਰਖ ਹੀ ਹੈ। ਮੂਰਖ ਸੱਚ ਨਾ ਜਾਣਨੀ, ਜਿਹੜੇ ਮੂਰਖ ਨੇ ਉਹ ਸੱਚ ਨੂੰ ਨਹੀਂ ਜਾਣ ਸਕਦੇ ਕਦੇ ਵੀ। ਕਿਤੇ ਭੁੱਲ ਭੁਲੇਖੇ ਕਿਤੇ ਬੁੱਧੀਮਾਨ ਦੇ ਕੋਲ ਨਾ ਚਲੇ ਜਾਇਓ ਕਿ ਸਾਨੂੰ ਕੋਈ ਚੰਗੀ ਸਲਾਹ ਦੇ ਦਿਓ। ਜਦੋਂ ਵੀ ਕਿਸੇ ਕੋਲ ਸਲਾਹ ਲੈਣੀ ਹੋਵੇ, ਕਿਸੇ ਨਾਮ ਬਾਣੀ ਗੁਰਸਿੱਖ ਕੋਲੋਂ ਜਾਓ, ਜਿਹੜਾ ਨਾਮ ਬਾਣੀ ਪੜ੍ਹਦਾ ਹੈ, ਉਹਦੇ ਕੋਲੋਂ ਭਾਈ ਸਲਾਹ ਲਿਓ। ਕਦੇ ਵੀ ਕਦੀ ਇਹ ਨਾ ਸੋਚਿਓ ਕਿ ਬੜਾ ਬੰਦਾ ਸਿਆਣਾ ਹੈ, ਪਰ ਹੋਵੇ ਨਾਸਤਕ, ਰੱਬ ਨਾਲ ਨਾ ਜੁੜਿਆ ਹੋਵੇ, ਉਹ ਹਮੇਸ਼ਾ ਹੀ ਮੂਰਖਾਂ ਵਾਲੀ ਸਲਾਹ ਦੇਵੇਗਾ, ਕੋਈ ਚੰਗੀ ਸਲਾਹ ਨਹੀਂ ਦੇਵੇਗਾ। ਇਸ ਕਰਕੇ ਮੂਰਖਾ ਸਿਰ ਮੂਰਖ ਹੈ। ਮੂਰਖਾਂ ਦਾ ਵੀ ਪਿਓ ਆਖਿਆ ਹੈ ਜਿਹੜਾ ਸੱਚੇ ਨਾਮ ਨੂੰ ਨਹੀਂ ਮੰਨਦਾ। ਮੂਰਖ ਸੱਚ ਨਾ ਜਾਣਨੀ, ਉਹ ਮੂਰਖਾਂ ਨੇ ਕਦੀ ਸੱਚ ਨੂੰ ਨਹੀਂ ਜਾਣਿਆ। ਮਨ ਮੁਖੀ ਜਨਮ ਗਵਾਇਆ, ਜਿਨ੍ਹਾਂ ਨੇ ਆਪਦੇ ਮਨ ਨੂੰ ਮੁਖੀ ਬਣਾ ਕੇ ਸਾਰਾ ਜਨਮ ਗਵਾ ਲਿਆ। ਵਿੱਚ ਦੁਨੀਆ ਕਾਹੇ ਆਇਆ। ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਐਸੇ
ਜੀਵ ਤੇ ਲਾਹਣਤ ਹੈ। ਉਹਨੂੰ ਤੇ ਫਟਕਾਰਾਂ ਹੀ ਪਾਈਆਂ ਜਾ ਸਕਦੀਆਂ ਨੇ। ਜਿਨੇ ਨਾਮ ਨਹੀਂ ਜਪਿਆ, ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਹੀ ਨਹੀਂ ਟੇਕ ਸਕਿਆ ਸਾਰੀ ਉਮਰ, ਐਵੇਂ ਭੜਕਦਾ ਰਿਹਾ ਕਬਰਾਂ ਮੜੀਆਂ ਮਸਾਣੀਆਂ ਤੇ। ਕਿਉਂਕਿ ਸੰਗਤ ਜੀ ਇਹ ਸੱਚ ਹੈ, ਮੈਂ ਕਿਸੇ ਨੂੰ ਨਿੰਦਰ ਨਹੀਂ ਦਿਆਂ। ਜਦੋਂ ਸਾਡੇ ਪਿਓ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਹਿਤਾ ਕਿ ਹੋਰ ਜਿਹਨੂੰ ਮਰਜ਼ੀ ਪੂਜੀ ਜਾਓ, ਇਹ ਸੱਚੇ ਨਹੀਂ, ਇਹ ਪੱਥਰ ਸਾਰੇ ਝੂਠੇ ਨੇ, ਇਹ ਵੀ ਨਾਸ਼ਵੰਤ ਨੇ, ਫਿਰ ਕਿਉਂ ਅਸੀਂ ਕਿਸੇ ਨੂੰ ਮੰਨੀਏ। ਕਲਗੀਧਰ ਮਹਾਰਾਜ ਸਾਹਿਬ ਜੀ ਨੇ ਪੰਜਾਬ ਦੀ ਧਰਤੀ ਰਚੀ ਇੰਨੀ ਸੁੰਦਰ, ਇਹਨੂੰ ਬਾਰ ਦੇਸ਼ ਬਣਾਇਆ, ਪੰਜਾਬੀਆਂ ਦਾ ਇਲਾਕਾ ਕਹਾਉਣ ਦੇ ਲਾਇਕ ਬਣਾਤਾ। ਬਿਹਾਰੀ ਨੂੰ ਬਿਹਾਰੀ ਕਿਹਾ ਜਾਂਦਾ ਹੈ, ਉੱਥੇ ਉਹਨਾਂ ਦੇ ਅਸੂਲ ਚੱਲਦੇ ਨੇ, ਉਹਨਾਂ ਦਾ ਧਰਮ ਚੱਲਦਾ ਹੈ। ਪਰ ਪੰਜਾਬੀ ਨੂੰ ਪੰਜਾਬੀ ਤੇ ਕਿਹਾ ਜਾਂਦਾ ਹੈ, ਪਰ ਪੰਜਾਬੀਆਂ ਦੇ ਜਿਹੜੇ ਨਿਯਮ ਨੇ ਉਹ ਲਾਗੂ ਨਹੀਂ ਕਿਤੇ। ਪੰਜਾਬੀ ਆਪਣੇ ਮਗਰ ਤੇ ਨਾਂ ਦੇ ਮਗਰ ਤੇ ਸਿੰਘ ਕੌਰ ਲਗਾਉਂਦੇ ਨੇ, ਪਰ ਮੱਥੇ ਕਿੰਨਾ ਮਗਰ ਟੇਕਦੇ ਨੇ, ਜਿਨ੍ਹਾਂ ਦੇ ਨਾਂ ਮਗਰ ਨਾ ਸਿੰਘ ਹੈ ਨਾ ਕੌਰ ਹੈ, ਤੇ ਨਾ ਗੁਰੂ ਕੇ ਸਿੱਖ ਨੇ, ਨਾ ਬਾਣੀ ਬਾਣੇ ਦੇ ਧਾਰਨੀ ਨੇ। ਜਿਨ੍ਹਾਂ ਨੇ ਕਦੀ ਬਾਣੀ ਪੜ੍ਹ ਕੇ ਨਹੀਂ ਵੇਖੀ, ਉਹਨਾਂ ਦੇ ਮਗਰ ਲੱਗਦੇ ਨੇ। ਉਹਨਾਂ ਸਤਿਗੁਰੂ ਜੀ ਕਹਿੰਦੇ ਵਿੱਚ ਦੁਨੀਆ ਕਾਹੇ ਆਇਆ, ਉਹ ਮੂਰਖ ਜੀਵਾ, ਫਿਰ ਦੁਨੀਆ ਤੇ ਕਿਉਂ ਆਇਆ ਤੂੰ? ਜੇ ਇਹੋ ਹੀ ਮਾੜੇ ਕਰਮ ਕਰਨੇ ਸੀ, ਫਿਰ ਤੈਨੂੰ ਜੂਨਾਂ ਵਿੱਚ ਛੱਡਣਾ ਸੀ। ਦੁਨੀਆ ਦੇ ਮਨੁੱਖਾ ਜਨਮ ਕਾਹਤੋਂ ਧਾਰ ਕੇ ਆਇਆ ਤੂੰ? ਜੇ ਕਰਮ ਹੀ ਐਸੇ ਕਰਨੇ ਸੀ, 83 ਲੱਖ ਜੂਨ ਭੜਕ ਕੇ ਫਿਰ ਮਨੁੱਖਾ ਜੀਵਨ ਲਿਆ ਇੰਨੇ ਸਮੇਂ ਬਾਅਦ, ਤੇ ਜੀਵਨ ਲੈਂਦਿਆਂ ਸਾਰੀ ਮੜੀਆਂ ਮਸਾਣੀਆਂ ਤੇ ਜਾਣ ਲੱਗ ਪਿਆ, ਮਾੜੇ ਕਰਮ ਕਰਨ ਲੱਗ ਪਿਆ। ਕਦੀ ਗੁਰੂ ਘਰ ਨਹੀਂ ਆਇਆ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਕੀਤੇ, ਸੱਚ ਨੂੰ ਨਹੀਂ ਜਾਣਿਆ ਸੱਚ ਕੀ ਹੈ। ਇਹੋ ਹੀ ਵੇਖਿਆ ਕਿ ਸਾਡੀ ਮੱਝ ਢਿੱਲੀ ਹੋ ਗਈ, ਹੁਣ ਸਿਆਣੇ ਕੋਲ ਚੱਲ ਜਾਈਏ, ਕਿਸੇ ਕੋਲ ਧਾਗਾ ਲਾਈਏ, ਕੋਈ ਰਾਖ ਬਣਾ ਲਿਆਈਏ, ਕੋਈ ਪੇੜਾ ਕਰਾ ਲਈਏ ਕਿਸੇ ਕੋਲੋਂ। ਇਹੋ ਹੀ ਵੇਖਿਆ ਕਿ ਸਾਡਾ ਪਸ਼ੂ ਠੀਕ ਹੋ ਜਾਵੇ। ਜੇ ਤੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਗਏ, ਮਹਾਰਾਜ ਨੇ ਕੁਝ ਦੇਣਾ ਨਹੀਂ, ਇਹੋ ਹੀ ਮਨ ਦੇ ਵਿੱਚ ਭਾਵਨਾ ਰੱਖੀ ਸਿਆਣੇ ਕੋਲ ਚੱਲ ਜਾਈਏ, ਉਹਦੇ ਕੋਲ ਰਿੱਧੀਆਂ ਸਿੱਧੀਆਂ ਨੇ, ਆਪੇ ਠੀਕ ਕਰ ਦੂ ਛੇਤੀ। ਉਹ ਤੇ ਭਾਈ ਇੱਕ ਵਾਰੀ ਠੀਕ ਕਰ ਦੂਗਾ, ਪਰ ਜਿੰਨੇ ਸਾਰਾ ਕੁਝ ਬਣਾਇਆ, ਜੇ ਉਹਨੇ ਸਾਰਾ ਕੁਝ ਖਿੱਚ ਲਿਆ, ਫਿਰ ਕੀ ਕਰਾਂਗੇ ਆਪਾਂ? ਜਿਹਨੇ ਇੰਨੀ ਸੋਹਣੀ ਰਚਨਾ ਲਾਈ, ਇੰਨਾ ਕੁਝ ਬਣਾਤਾ, ਜਦੋਂ ਸਾਰਾ ਕੁਝ ਉਹਨੇ ਖਿੱਚ ਲਿਆ ਵਾਹਿਗੁਰੂ ਨੇ, ਫਿਰ ਅਸੀਂ ਕੀ ਕਰ ਲਵਾਂਗੇ? ਅਸੀਂ ਤੇ ਕੁਝ ਵੀ ਨਹੀਂ ਕਰ ਸਕਦੇ। ਇਸ ਕਰਕੇ ਸੱਚੇ ਦੇ ਨਾਮ ਦੇ ਨਾਲ ਜੁੜਨ ਦੀ ਲੋੜ ਹੈ। ਕਿਤੇ ਮਹਾਰਾਜ ਦੀ ਦ੍ਰਿਸ਼ਟੀ ਪੈ ਗਈ ਗੁਰੂ ਨਾਨਕ ਦੀ, ਗੁਰੂ ਨਾਨਕ ਦੇ ਇਲਾਕੇ 'ਚ ਭਾਈ ਰਹਿੰਦੇ ਹਾਂ, ਵਡਭਾਗੀ ਹਾਂ, ਕਿਤੇ ਮਹਾਰਾਜ ਸਾਹਿਬ ਦੀ ਦ੍ਰਿਸ਼ਟੀ ਪੈ ਗਈ ਤੇ ਸਾਨੂੰ ਵੀ ਫੜ ਕੇ ਸੱਚਖੰਡ ਸਾਹਿਬ ਕੀਤਾ ਲੈ ਹੀ ਜਾਣ। ਇਸ ਕਰਕੇ ਆਓ ਸਾਰੇ ਮਹਾਰਾਜ ਕੇ ਵੇਦਨਾ ਕਰੀਏ, ਬੇਨਤੀ ਕਰੀਏ। ਇੱਕ ਮਿੰਟ ਸਾਰੇ ਭਾਈ ਜੁੜੋ, ਜਿੰਨੇ ਬੈਠੇ ਹੋ ਸ਼ਬਦ ਸੁਰਤ ਦਾ ਮੇਲ ਕਰੋ, ਵਾਹਿਗੁਰੂ ਦੇ ਨਾਮ ਦੇ ਨਾਲ ਜੁੜੋ ਭਾਈ। ਸਮਾਪਤੀ ਕਰ ਦੇਣੀ ਹੈ, ਬਸ ਕੁਝ ਸਮਾਂ ਐਨ ਇਕਾਗਰ ਹੋ ਜਾਓ, ਦੇਵਤਿਆਂ ਵਾਂਗੂ ਸਮਾਧੀ ਲਾ ਲਓ, ਕਹੋ ਕਿ ਅਸੀਂ ਹੁਣ ਸੱਚਖੰਡ ਹੀ ਪਹੁੰਚ ਗਏ। ਬਸ ਨਾ ਕੋਈ ਧੀ ਪੁੱਤ ਹੈ ਸਾਡਾ, ਨਾ ਕੋਈ ਮਾਂ ਪਿਓ ਹੈ, ਅਸੀਂ ਇਕੱਲੇ ਆਏ ਇਕੱਲੇ ਜਾਣਾ। ਇਸ ਕਰਕੇ ਇਕੱਲੇ ਹੋ ਕੇ ਗੁਰੂ ਨਾਨਕ ਦੇ ਸਰੂਪ ਨੂੰ ਅਰਾਧੋ। ਆਪਦੀ ਪ੍ਰਾਪਤੀ ਦੀ ਕੋਈ ਇੱਛਾ ਨਾ ਰੱਖਿਓ, ਕੇਵਲ ਤੇ ਕੇਵਲ ਇਹੋ ਹੀ ਇੱਛਾ ਰੱਖਿਓ ਕਿ ਮਹਾਰਾਜ ਸਾਹਿਬ ਜੀ ਆਪਦੇ ਦਰਸ਼ਨ ਦੇ ਦਿਓ। ਹੋਰ ਕੋਈ ਧੀਆਂ ਪੁੱਤਰਾਂ ਦੀ ਕੋਈ ਸੁੱਖ ਨਾ ਮੰਗਿਓ, ਸਾਰਾ ਕੁਝ ਵਿੱਚ ਹੀ ਆ ਜਾਣਾ। ਵੱਡੀ ਦਾਤ ਮੰਗਿਓ, ਭਾਈ ਗੁਰੂ ਨਾਨਕ ਦੇ ਦਰਸ਼ਨ ਮੰਗਿਓ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆ ਰੱਬ ਨਾ ਪੁੱਜਣ ਤੁਧ। ਭਾਵੇਂ ਗੁੜ ਹੈ ਤੇ ਭਾਵੇਂ ਮੱਖੀ ਦਾ ਸ਼ਹਿਦ ਹੈ, ਇਹ ਮਿੱਠੀਆਂ ਚੀਜ਼ਾਂ ਮੰਨੀਆਂ ਨੇ, ਭਾਵੇਂ ਖੰਡ ਹੈ, ਪਰ ਭਗਤ ਫਰੀਦ ਜੀ ਕਹਿੰਦੇ ਨੇ ਕਿ ਸਭ ਤੋਂ ਮਿੱਠਾ ਤੇ ਰੱਬ ਦਾ ਨਾਮ ਹੈ, ਬਾਕੀ ਸਾਰਾ ਕੁਝ ਹੀ ਫਿੱਕਾ ਹੈ। ਕਿਉਂਕਿ ਸੰਗਤ ਜੀ ਰੱਬ ਦਾ ਨਾਮ ਤੇ ਇੰਨਾ ਮਿੱਠਾ ਹੈ, ਕੋਈ ਦੱਸ ਹੀ ਨਹੀਂ ਸਕਦਾ ਕਿੰਨਾ ਕੁ ਮਿੱਠਾ ਹੈ। ਇਸ ਕਰਕੇ ਨਾਮ ਦੇ ਨਾਲ ਜੁੜਨ ਦੀ ਲੋੜ ਹੈ, ਉਹਦੇ ਨਾਲ ਹੀ ਪਾਰ ਉਤਾਰਾ ਹੈ। ਜਿਨ੍ਹਾਂ ਨੇ ਭਾਈ ਅਜੇ ਅੰਮ੍ਰਿਤ ਨਹੀਂ ਨਾ ਛਕਿਆ, ਜ਼ਰੂਰ ਛਕ ਲਓ। ਸਤਿਗੁਰ ਦੀ ਰਚਨਾ ਉਹਨੇ ਬਣਾਈ ਹੈ। ਰੱਬ ਨਾ ਕਰੇ ਜਿਵੇਂ ਆ ਕਰੋਨਾ ਆਇਆ, ਉਹਦੀ ਰਚਨਾ ਹੈ। ਅਸੀਂ ਨਹੀਂ ਕੁਝ ਕਹਿੰਦੇ, ਨਾ ਸਾਡਾ ਕਿਹਾ ਸੱਚ ਹੀ ਹੋਣਾ, ਪਰ ਅਸੀਂ ਮੂਰਖ ਜੀਵ ਇਹ ਗੱਲ ਕਹਿੰਦੇ ਹਾਂ ਕਿ ਰੱਬ ਨਾ ਕਰੇ ਜਿਵੇਂ ਆ ਬਿਮਾਰੀ ਆਈ ਕਿ ਹੋਰ ਬਿਪਤਾ ਪੈ ਜੇ ਤੇ ਕੋਈ ਪੰਜ ਪਿਆਰੇ ਨਾ ਲੱਭਣ ਅੰਮ੍ਰਿਤ ਛਕਾਉਣ ਵਾਲੇ, ਫਿਰ ਭਾਈ ਤਰਸਾਂਗੇ ਅਸੀਂ। ਇਸ ਕਰਕੇ ਇਹੋ ਹੀ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਭਾਈ ਜਿਹੜਾ ਬੁਢੇਪੇ ਦੇ ਵਿੱਚ ਆ ਗਿਆ, ਜਿਹਦੇ 2-3 ਸਾਲ ਰਹਿ ਗਏ ਨੇ, ਛਕ ਲਓ ਅੰਮ੍ਰਿਤ। ਗੁਰੂ ਨਾਨਕ ਨੇ ਬਾਂਹ ਫੜ ਲੈਣੀ ਉਹਦੀ, ਜੇ ਨਾ ਛਕਿਆ ਤਾਂ ਫਿਰ ਨਹੀਂ ਬਾਂਹ ਸੰਗਤ ਜੀ ਕਿਸੇ ਨੇ ਫੜਨੀ। ਇਸ ਕਰਕੇ ਸਾਰਿਆਂ ਨੂੰ ਮਾਈ ਭਾਈ ਨੂੰ ਅੰਮ੍ਰਿਤ ਛਕਣ ਦੀ ਲੋੜ ਹੈ। ਜਿਨ੍ਹਾਂ ਦੇ ਬੱਚਿਆਂ ਨੇ ਨਹੀਂ ਛਕਿਆ ਜੇ, ਉਹ ਬੱਚਾ ਹੀ ਕੱਲ੍ਹ ਜਿਹੜਾ ਮਾਂ ਪਿਓ ਦੇ ਆਖੇ ਨਾ ਲੱਗੇ। ਜੇ ਕਿਸੇ ਨੂੰ ਕਹੀਏ ਕਿ ਆਪਦੇ ਬੱਚਿਆਂ ਨੂੰ ਸਮਝਾਓ ਕਿ ਅੰਮ੍ਰਿਤ ਛਕ ਲੈ, ਕਹਿੰਦੇ ਜੀ ਆਖੇ ਨਹੀਂ ਲੱਗਦੇ। ਜੇ ਹੁਣ ਤੋਂ ਹੀ ਆਖੇ ਨਹੀਂ ਲੱਗਦੇ ਫਿਰ ਤੇ ਰੁਕ ਜਾਓ 5-6 ਸਾਲ ਹੋਰ, ਫਿਰ ਤੇ ਜਵਾਕ ਦਾੜੀ ਪੁੱਟਣ ਤੱਕ ਆ ਜਾਣੇ, ਫਿਰ ਨਹੀਂ ਕਿਸੇ ਨੇ ਆਖੇ ਲੱਗਣਾ। ਜਿੰਨੇ ਮਾਂ ਪਿਓ ਸਾਰੇ ਆਸ਼ਰਮਾਂ ਦੇ ਵਿੱਚ ਪਏ ਨੇ, ਇਹ 5-6 ਸਾਲ ਰੁਕ ਜਾਓ ਜੇ ਬੱਚੇ ਹੁਣ ਨਹੀਂ ਨਾ ਆਖੇ ਲੱਗਦੇ। ਇਹ ਸੰਗਤ ਜੀ ਆਪਦੀ ਜਨਰੇਸ਼ਨ ਨੂੰ ਸਮਝਾਓ, ਬੱਚਿਆਂ ਨੂੰ ਸਮਝਾਓ ਕਿ ਸਾਡੇ ਪੁਰਖੇ ਵੀ ਅੰਮ੍ਰਿਤ ਛਕ ਕੇ ਤਰੇ ਨਹੀਂ, ਅਸੀਂ ਵੀ ਇਸੇ ਪ੍ਰਕਾਰ ਹੀ ਤਰਨਾ ਹੈ। ਅਸੀਂ ਧਰਮੀ ਹਾਂ, ਅਸੀਂ ਕਲਗੀਧਰ ਦੇ ਪੁੱਤਰ ਧੀ ਹਾਂ। ਆਪਦੇ ਬੱਚਿਆਂ ਨੂੰ ਸਮਝਾਈਏ। ਆਪਦੇ ਅਸੀਂ ਅੰਮ੍ਰਿਤ ਛਕ ਲਿਆ ਤੇ ਬੱਚਿਆਂ ਦੇ ਕੇਸ ਕਤਲ ਕਰਵਾ ਦਿੱਤੇ, ਬੱਚਿਆਂ ਨੂੰ ਆਪ ਹੀ ਸਿਰ ਵੜਦਾ, ਬੱਚਿਆਂ ਆਪਦਿਆਂ ਜਵਾਕਾਂ ਦਾ ਆਪ ਹੀ ਕਿਹਾ ਜਾਓ ਖੁੱਜ ਜਾਓ ਡਿੱਗੋ ਜਾਓ। ਆਪਦੇ ਹੱਥੀਂ ਆਪਦੇ ਬੱਚਿਆਂ ਦੇ ਪੈਰ ਤੇ ਕੁਹਾੜੀ ਮਾਰਤੀ, ਵੱਢ ਫੱਟ ਕਰਦੀ ਜੀਵਨ ਦੀ। ਕੋਈ ਨਹੀਂ ਪੁੱਤ ਤੂੰ ਨਜ਼ਾਰੇ ਲੈ, ਅਸੀਂ ਤੇ ਅੰਮ੍ਰਿਤ ਛਕ ਲਿਆ, ਅਸੀਂ ਤੇ ਕੁਝ ਖਾ ਪੀ ਨਹੀਂ ਸਕਦੇ, ਤੂੰ ਸ਼ਰਾਬਾਂ ਕਬਾਬਾਂ ਪੀ। ਆਪਦੇ ਬੱਚਿਆਂ ਨੂੰ ਭਾਈ ਬਚਾਓ। ਜੇ ਜੰਜਾਲ ਤੋਂ ਨਾ ਬਚੇ ਨਾ, 5-6 ਸਾਲ ਤੇ ਬੜੀ ਦੂਰ ਦੀ ਗੱਲ ਆ, ਥੋੜ੍ਹੇ ਸਮੇਂ 'ਚ ਹੀ ਵੇਖ ਲੂੰਗੇ ਫਿਰ ਵਰਤਾਲਾ ਆਪਦੇ ਬੱਚਿਆਂ ਦਾ। ਕਈਆਂ ਨੇ ਤੇ ਵੇਖ ਵੀ ਲਿਆ ਹੋਣਾ ਕਿ ਪਹਿਲੋਂ ਪਤਤਪੁਣਾ ਨਹੀਂ ਸੀ, ਅੰਮ੍ਰਿਤ ਛਕਿਆ ਸੀ, ਜਦੋਂ ਦੇ ਕੇਸ ਦਾੜੀ ਕਤਲ ਕਰਵਾਏ, ਘਰ ਦੇ ਵਿੱਚ ਲੋਕ ਸੋਗ, ਬੜੀਆਂ ਬਿਮਾਰੀਆਂ ਲੱਗ ਗਈਆਂ, ਬੜਾ ਨੁਕਸਾਨ ਹੋ ਗਿਆ ਜਦੋਂ ਦੇ ਕੇਸ ਕਤਲ ਕਰਵਾਏ ਨੇ। ਕੇਸਾਂ ਦੀ ਬੜੀ ਜ਼ਿਆਦਾ ਸੰਗਤ ਦੀ ਮਹਾਨਤਾ ਹੈ। ਭਾਵੇਂ ਕੋਈ ਕ੍ਰਿਸ਼ਨ ਅਵਤਾਰ ਹੈ, ਭਾਵੇਂ ਰਾਮਚੰਦਰ ਜੀ ਨੇ, ਭਾਵੇਂ ਵਿਆਸ ਜੀ ਨੇ, ਤੇ ਭਾਵੇਂ ਵਾਲਮੀਕ ਜੀ ਨੇ, ਜਿੰਨੇ ਵੀ ਅਵਤਾਰ ਨੇ ਸਾਰੇ ਕੇਸਾਂ ਧਾਰੀ ਨੇ, ਕਿਸੇ ਨੇ ਕੇਸ ਨਹੀਂ ਕਤਲ ਕਰਾਏ। ਆ ਟੀਵੀਆਂ ਦੇ ਵਿੱਚ ਹੀ ਵਾਲ ਵੱਲ ਮੰਨੀ ਫਿਰਦੇ ਇਹਨਾਂ ਦੇ ਮੂੰਹ ਸਿਰ, ਪਰ ਉੱਦਾਂ ਸਾਰੇ ਕੇਸਾਂ ਧਾਰੀ ਨੇ। ਜਿਹੜੇ ਇਹਨਾਂ ਦੁਆਰਾ ਰਚਿਤ ਗ੍ਰੰਥ ਨੇ, ਸਾਰਿਆਂ ਵਿੱਚ ਕੇਸਾਂ ਰੱਖਣ ਦਾ ਜ਼ਿਕਰ ਆਉਂਦਾ ਹੈ ਕਿ ਕੇਸਾਂ ਧਾਰੀ ਹੋਵੋ। ਜਿਹੜੇ ਸ਼ਿਵ ਜੀ ਨੂੰ ਅਸੀਂ ਸਾਰੇ ਪੂਜਦੇ, ਜੀਵ ਪੂਜਦੇ ਨੇ, ਕਿ ਅਸੀਂ ਵੀ ਮੰਨਦੇ ਹਾਂ ਕਿ ਸ਼ਿਵ ਜੀ ਸਾਰੇ ਸੰਸਾਰ ਨੂੰ ਘਾਤ ਕਰਦਾ ਹੈ, ਉਹ ਵੀ ਕੇਸਾਂ ਧਾਰੀ ਹੈ। ਅਸੀਂ ਤੇ ਕਲਗੀਧਰ ਦੇ ਉਪਾਸਕ ਹਾਂ ਭਾਈ, ਕਲਗੀਧਰ ਦੇ ਪੁੱਤਰ ਧੀ ਹਾਂ। ਕਲਗੀਧਰ ਨੇ ਤੇ ਸਾਡੀ ਮੋਹਰ ਬਣਾਤੀ, ਮੋਹਰ ਤੋਂ ਬਗੈਰ ਕੋਈ ਸਿੱਕਾ ਚੱਲਦਾ ਨਹੀਂ, ਤੇ ਅਸੀਂ ਖੋਟੇ ਚੱਲਣ ਨੂੰ ਫਿਰਦੇ ਹਾਂ। ਮੂੰਹ ਸਿਰ ਤੇ ਮੁੰਨਿਆ ਹੈ ਤੇ ਕਹਿੰਦੇ ਆ ਕਿ ਮੋਹਰ ਵੀ ਨਾ ਲੱਗੇ ਤੇ ਚੱਲ ਵੀ ਜਾਈਏ, ਫਿਰ ਨਹੀਂ ਸੰਗਤ ਜੀ ਚੱਲਣਾ। ਸੱਚੇ ਦੀ ਸਰਕਾਰ ਹੈ। ਇਸ ਕਰਕੇ ਆਪਦੇ ਬੱਚਿਆਂ ਨੂੰ ਜ਼ਰੂਰ ਨਾਲ ਗੁਰਸਿੱਖੀ ਦੇ ਜੋੜੋ, ਭਾਵੇਂ ਪ੍ਰੇਮ ਨਾਲ ਜੋੜੋ ਤੇ ਭਾਵੇਂ ਜਿਵੇਂ ਮਰਜ਼ੀ ਜੋੜੋ। ਜੇ ਨਾ ਜੁੜੇ ਫਿਰ ਪਛਤਾਓਗੇ ਭਾਈ।
5-6 ਸਾਲ ਤੇ ਬੜੀ ਦੂਰ ਦੀ ਗੱਲ, 2-2.5 ਸਾਲਾਂ 'ਚ ਨਜ਼ਾਰਾ ਵੇਖ ਲੂਗੇ ਫਿਰ ਤੇ। ਇਸ ਕਰਕੇ ਚੰਗੇ ਲਾੜ ਆਪਦੇ ਬੱਚਿਆਂ ਨੂੰ ਲਾਓ, ਚੰਗੀ ਸਿੱਖਿਆ ਦਿਓ। ਇਹ ਨਾ ਵੇਖੋ ਕਿ ਆਪਦੀ ਮਰਜ਼ੀ ਕਰਦੇ ਨੇ, ਫਿਰ ਉਹਨਾਂ ਨੇ ਆਪਦੀ ਮਰਜ਼ੀ ਕਰਕੇ ਤੁਹਾਨੂੰ ਵੀ ਕਿਸੇ ਦਿਨ ਬਾਹਰ ਕੱਢ ਦੇਣਾ। ਇਸ ਕਰਕੇ ਗੁਰਸਿੱਖੀ ਵਿੱਚ ਆਉਣ ਦੀ ਜ਼ਰੂਰ ਲੋੜ ਹੈ। ਇਹ ਗੱਲ ਭਾਵੇਂ ਕੌੜੀ ਜਿੰਨੀ ਮਰਜ਼ੀ ਲੱਗ ਜੇ, ਪਰ ਸੰਗਤ ਜੀ ਬਾਹਰ ਵਿਦਿਆਲਿਆਂ ਦੇ ਵਿੱਚ ਪੜ੍ਹੇ, ਸਾਰਾ ਕੁਝ ਵੇਖਿਆ ਹੈ, ਇਹੋ ਹੀ ਵਰਤਾਰਾ ਵਰਤਦਾ। ਜੇ ਤੇ ਬੱਚਾ ਜ਼ਿਆਦਾ ਲਾਇਕ ਨਾ ਨਿਕਲੇ, ਜਾਂ ਤੇ ਮਾਂ ਪਿਓ ਘਰੋਂ ਕੱਢ ਦਿੰਦੇ ਨੇ, ਤੇ ਜਾਂ ਬੱਚਾ ਮਾਂ ਪਿਓ ਨੂੰ ਕੱਢ ਦਿੰਦਾ ਹੈ। ਸਾਰੇ ਪਰਿਵਾਰਾਂ ਦਾ ਇਹ ਹਾਲ ਬਣ ਜਾਂਦਾ ਹੈ। ਗੱਲ ਭਾਵੇਂ ਕੌੜੀ ਹੋਵੇ, ਪਰ ਸੰਗਤ ਜੀ ਇਹ ਮਿੱਠੀ ਕਰਕੇ ਥੋੜ੍ਹੀ ਜਿਹੀ ਪੀ ਕੇ ਵੇਖਿਓ, ਫਿਰ ਸਵਾਦ ਆਵੇਗਾ ਆਤਮਿਕ ਜੀਵਨ ਦਾ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਕੱਲ ਨੂੰ ਫਿਰ ਇਸੇ ਪ੍ਰਕਾਰ ਹੀ ਜੁੜਨਾ, ਨਾਮ ਬਾਣੀ ਦੇ ਲੜ ਲੱਗਣਾ ਭਾਈ, ਇਹਦੇ ਵਿੱਚ ਹੀ ਪਾਰ ਉਤਾਰਾ ਹੈ। ਆਓ ਸਾਰੇ ਰਲ ਮਿਲ ਕੇ ਪ੍ਰੇਮ ਦੇ ਨਾਲ ਪੰਕਤੀਆਂ ਪੜ੍ਹੀਏ। ਮੂਰਖ ਸੱਚ ਨਾ ਜਾਣਨੀ, ਮਨ ਮੁਖੀ ਜਨਮ ਗਵਾਇਆ, ਵਿੱਚ ਦੁਨੀਆ ਕਾਹੇ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏ ਅਚੁੱਤ ਹੀ ਪਾਰ ਬ੍ਰਹਮ, ਅਬਿਨਾਸੀ ਅਘਨਾਸ। ਏ ਪੂਰਨ ਹੀ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕਾ। ਹੇ ਗੁਣ ਹੈ ਗੋਬਿੰਦ, ਹੈ ਗੁਣ ਨਿਧਾਨ, ਜਾ ਕੈ ਸਦਾ ਵਿਵੇਕਾ। ਹੇ ਅਪਰੰਪਰ ਹਰ ਹਰੀ, ਹੈ ਭੀ ਹੋਵਨ ਹਾਰ। ਹੇ ਸੰਤ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸਰੂ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਤਰੇ ਪਾਰ। ਜੋ ਸਰਦਾ ਕਰ ਸੇਵ ਦੇ, ਗੁਰ ਪਾਰੇ ਉਤਾਰਨਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਣੋ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਕਰੋ ਸਦਾ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਕਰੋ ਸਦਾ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਹੁਕਮ ਬਹਿ